ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਫਰਾਡਸ ਦੇ ਬਾਰੇ। ਆਪਣਾ ਕਈ ਵਾਰੀ ਇੱਧਰ ਕੰਮਕਾਰ ਕਰਦੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ, ਪ੍ਰਦੇਸਾਂ ਦੇ ਵਿੱਚ ਕੰਮਕਾਰ ਕਰਦਿਆਂ ਸਾਨੂੰ ਅਚਾਨਕ ਪਤਾ ਲੱਗਦਾ ਕਿ ਸਾਡੇ ਨਾਲ ਫਰਾਡ ਹੋ ਗਿਆ। ਫਰਾਡ ਕਈ ਕਿਸਮ ਦੇ ਨੇ, ਕਈ ਫਰਾਡ ਕਮਿਟਮੈਂਟ ਦੇ ਨੇ ਕਿ ਕਮਿਟਮੈਂਟ ਕਰਕੇ ਬਾਅਦ ਦੇ ਵਿੱਚ ਉਸ ਗੱਲ ਤੇ ਪੂਰਾ ਨਹੀਂ ਉਤਰਿਆ ਜਾਂਦਾ। ਕਈ ਫਰਾਡ ਕਾਗਜ਼ੀ ਪੱਤਰੀ ਨੇ, ਮਤਲਬ ਗੱਲ ਰਿਟਨ ਦੇ ਵਿੱਚ ਤਾਂ ਹੈ, ਪਰ ਅਸਲ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਉਹਦੇ ਰਿਟਨ ਦੇ ਵਿੱਚ ਲਿਖਿਆ ਕੀ ਹੈ, ਜਦੋਂ ਸਾਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਸਾਡੇ ਨਾਲ ਫਰਾਡ ਹੋ ਗਿਆ। ਪਰ ਅਸਲ ਦੇ ਵਿੱਚ ਜਦੋਂ ਕਾਗਜ਼ਾਂ ਦੇ ਵਿੱਚ ਗੱਲ ਲਿਖੀ ਹੈ ਤੇ ਇਹਦਾ ਮਤਲਬ ਜੇ ਅਸੀਂ ਬਾਅਦ ਦੇ ਵਿੱਚ ਕਹਿ ਰਹੇ ਹਾਂ ਸਾਡੇ ਨਾਲ ਫਰਾਡ ਹੋ ਗਿਆ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਜਦੋਂ ਸਾਈਨ ਕਰ ਰਹੇ ਸਾਂ, ਜਦੋਂ ਉਹਨੂੰ ਉਹਦੇ ਤੇ ਸਹਿਮਤੀ ਪ੍ਰਗਟਾ ਰਹੇ ਸਾਂ, ਜਦੋਂ ਉਹਦੇ ਤੇ ਕੰਸੈਂਟ ਪ੍ਰਗਟਾ ਰਹੇ ਸਾਂ, ਉਦੋਂ ਅਸੀਂ ਉਹਨੂੰ ਪੜ੍ਹਿਆ ਨਹੀਂ ਗਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ, ਕਿਉਂਕਿ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਨੇ ਮਿਲਦੀਆਂ ਰਹਿੰਦੀਆਂ ਨੇ, ਜਾਂ ਕਈ ਵਾਰੀ ਆਪਾਂ ਪੜ੍ਹਦੇ ਹਾਂ, ਜਾਂ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ 2-3 ਇੱਕ ਦੂਜੇ ਤੇ ਐਲੀਗੇਸ਼ਨਸ ਲਾ ਰਹੀਆਂ ਨੇ ਕਿ ਫਲਾਂ ਬੰਦਾ ਗਲਤ ਹੈ ਜੀ, ਫਲਾਂ ਬੰਦਾ ਗਲਤ ਹੈ। ਕਿਸ ਤਰੀਕੇ ਦੇ ਫਰਾਡਸ ਹੋ ਰਹੇ ਨੇ, ਕਿਸ ਤਰੀਕੇ ਦੀਆਂ ਚੀਜ਼ਾਂ ਵਾਪਰ ਰਹੀਆਂ ਨੇ ਆਪਣੇ ਪੰਜਾਬੀ ਮੁਆਸ਼ਰੇ ਦੇ ਵਿੱਚ, ਉਹਨਾਂ ਉੱਤੇ ਚਰਚਾ ਕਰਾਂਗੇ। ਡਿਟੇਲ ਦੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਬਲਵਿੰਦਰ ਕੌਰ ਖਾਲਸਾ ਜੀ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ-ਬਹੁਤ ਧੰਨਵਾਦ ਜੀ ਪ੍ਰਵੀਨ ਜੀ। ਜੀ। ਆਪਣੇ ਆਪਾਂ ਗੱਲਬਾਤ ਤੁਸੀਂ ਦੱਸਿਆ ਕਿ ਫਰਾਡ ਤੇ ਕਰਨੀ ਹੈ। ਹੂੰ। ਉਹਦਾ ਅਸੀਂ ਵੈਸੇ ਇਹ ਪਹਿਲਾ ਸ਼ੋਅ ਨੀਗਾ, ਜੀ, ਜੀ, ਬਹੁਤ ਜੀ, ਜੀ, ਵਾਰੀ ਬਹੁਤ ਅਸੀਂ ਵਾਰ। ਇਸ ਚੀਜ਼ ਦੇ ਉੱਤੇ ਗੱਲਬਾਤ ਕਰ ਚੁੱਕੇ ਹੈਗੇ ਆ, ਕਰ ਰਹੇ ਆ। ਗਾਹੇ ਅਸੀਂ ਗੱਲਬਾਤ ਕਰਦੇ ਹਾਂ ਵੀ ਜਦੋਂ ਫਰਾਡ ਹੁੰਦੇ ਆ, ਕੋਈ ਇੱਕ ਤਰ੍ਹਾਂ ਦਾ ਫਰਾਡ ਨਹੀਂ, ਫਰਾਡ ਬਹੁਤ ਜ਼ਿਆਦਾ ਹੁੰਦੇ। ਤੁਸੀਂ ਕਿਸੇ ਨਾਲ ਗੱਲ ਕਰਦੇ ਆ, ਵੈਸੇ ਕੋਈ ਗੱਲ ਕਰਦੇ ਆ ਨਾ, ਹੂੰ। ਤੁਹਾਡੇ ਕਹਿੰਦੇ ਬੈਂਕਾਂ ਦੇ ਖਾਤੇ ਖਾਲੀ ਵੀ ਹੋ ਜਾਂਦੇ ਆ। ਹਾਂਜੀ। ਸੋ ਹੁਣ ਅੱਜ ਜਿਹੜੀ ਅਸੀਂ ਗੱਲ ਕਰਨੀ ਆ, ਸਾਨੂੰ ਕਾਲਸ ਬਹੁਤ ਆਉਂਦੀਆਂ ਆ, ਸਾਨੂੰ ਗਾਹੇ ਵਗਾਹੇ ਕੋਈ ਨਾ ਕੋਈ ਸਟੋਰੀ ਮਿਲ ਜਾਂਦੀ ਆ ਜੀ, ਜੀ। ਕਿ ਤੁਸੀਂ ਆਹ ਕਰ ਦਿਓ, ਤੁਸੀਂ ਆਹ ਕਹਿ ਦਿਓ, ਕਿਉਂਕਿ ਫਰਾਡ ਜਿੰਨਾ ਹੁੰਦਾ ਉਹਨੂੰ ਦੁੱਖ ਤੇ ਲੱਗਦਾ ਹੀ ਆ ਹਾਂਜੀ, ਹਾਂਜੀ। ਕਿ ਇਹ ਮੇਰੇ ਨਾਲ ਫਰਾਡ ਹੋ ਗਿਆ ਆ। ਹੂੰ। ਫਰਾਡ ਕਰਨ ਵਾਲਾ ਵੀ ਬਿਜ਼ਨਸ ਹੀ ਕਰਦਾ ਹੁੰਦਾ ਹੈ ਕਈ ਵਾਰੀ। ਉਹ ਹੂੰ। ਵੀ ਕੋਈ ਭੱਜਿਆ ਨਹੀਂ ਹੁੰਦਾ, ਉਹ ਵੀ ਕੋਈ ਫੋਨ ਕਾਲ ਵਾਲਾ ਨਹੀਂ ਹੁੰਦਾ, ਹੂੰ। ਉਹ ਵੀ ਬੜਾ ਸਟੇਬਲ ਹੁੰਦਾ ਆ। ਪਰ ਹੂੰ। ਫਰਾਡ ਹੁੰਦਾ ਕਿੱਥੇ ਆ, ਉਹਦੇ ਤੇ ਆਪਾਂ ਅੱਜ ਕਰਨਾ ਕਿ ਅਸੀਂ ਠੱਗੇ ਜਾਂਦੇ ਆ ਜਾਂ ਠੱਗਣ ਵਾਲਾ ਸਾਨੂੰ ਜਿਹੜਾ ਜ਼ਿਆਦਾ ਤੇਜ਼ ਆ। ਉਹਦੇ ਵਿੱਚ ਜੇ ਅਸੀਂ ਹੁਣ ਕੋਈ ਬਿਜ਼ਨਸ ਕਰਦੇ ਆ ਜਾਂ ਜੀ, ਜੀ। ਅਸੀਂ ਹੋਰ ਕੁਛ ਵੀ ਕਰਦੇ ਆ, ਕੁਛ ਵੀ ਕਰਨਾ ਆ ਅਸੀਂ ਹੂੰ। ਇਸ ਕੰਟਰੀ ਦੇ ਵਿੱਚ, ਤਾਂ ਤੁਹਾਨੂੰ ਪਤਾ ਜਿਹੜੇ ਜਦੋਂ ਬਿਜ਼ਨਸ ਕਰਨਾ ਲਾਇਸੈਂਸ ਹੀ ਕਈ ਤਰ੍ਹਾਂ ਦੇ ਹੁੰਦੇ ਆ। ਹਾਂਜੀ, ਹਾਂਜੀ। ਤੇ ਜਦੋਂ ਅਸੀਂ ਕੋਈ ਚੀਜ਼ ਖਰੀਦਣ ਜਾਂਦੇ ਆ, ਮੂੰਹ ਮਿਲਾਇਆ ਹੁੰਦਾ ਆ, ਹੂੰ। ਜਾਂ ਅਸੀਂ ਚੀਜ਼ ਕੋਈ ਖਰੀਦਣ ਜਾਂਦੇ ਆ ਤੇ ਸਾਡੇ ਕੋਈ ਹੋਰ ਸਾਨੂੰ ਜਾਣਨ ਵਾਲਿਆਂ ਨੇ ਕਿਹਾ ਹੁੰਦਾ ਬੜੀ ਚੰਗੀ ਚੀਜ਼ ਆ, ਲੈ ਲਓ ਤੁਸੀਂ ਇੱਥੇ ਅੱਖਾਂ ਮੀਟ ਕੇ ਚਲੇ ਜਾਓ, ਹੂੰ। ਅਸੀਂ ਉਹ ਚੀਜ਼ ਚੱਕ ਲਿਆਉਂਦੇ ਆ। ਜੀ। ਫਿਰ ਕਈ ਵਾਰੀ ਉਹਦੇ ਵਿੱਚ ਕੀ ਹੁੰਦਾ ਆ ਕਿ ਚੀਜ਼ ਨੂੰ ਵਰਤ ਲਿਆ, ਚੀਜ਼ ਨੇ ਹੁਣ ਖਰਾਬ ਹੋਣੀ ਸ਼ੁਰੂ ਹੋ ਗਈ ਆ, ਹੂੰ। ਤੁਸੀਂ ਵਾਪਸ ਜਾਂਦੇ ਆ, ਅਗਲਾ 100 ਨਖਰੇ ਕਰਦਾ ਆ। ਜੀ, ਜੀ। ਜਾਂ ਤੁਸੀਂ ਕਈ ਵਾਰੀ ਅਸੀਂ ਕਾਰਾਂ ਨਹੀਂ ਲੀਜ਼ ਤੇ ਲੈ ਲਈਦੀਆਂ ਆ, ਹਾਂਜੀ, ਹਾਂਜੀ। ਇਹਨਾਂ ਦੀ ਇੰਨੀ ਮਾਈਲੇਜ ਹੋਊਗੀ, ਏਦਾਂ ਹੋਊਗੀ, ਹੂੰ। ਹਨਾ। ਕਈ ਵਾਰੀ ਉਹਨਾਂ ਨੇ 40 ਗੱਲਾਂ ਲਿਖੀਆਂ ਹੁੰਦੀਆਂ, ਅਸੀਂ ਹੂੰ। ਪੜ੍ਹਦੇ ਨਹੀਂਗੇ। ਮੇਨ ਕਾਰਨ ਇਹ ਆ ਕਿ ਪੜ੍ਹਦੇ ਨਹੀਂ। ਹੂੰ। ਬਹੁਤ ਵਾਰੀ ਇਹ ਹੁੰਦਾ ਹੈ ਕਿ ਤੁਸੀਂ ਕਿਤੇ ਮੈਂ ਜਸਟ ਉਦਾਹਰਨ ਦੇ ਰਹੀ ਹਾਂ ਹਾਂਜੀ। ਕਿ ਅਸੀਂ ਕੋਈ ਸਸਤੀ ਚੀਜ਼ ਲੈਣੀ ਆ, ਜੀ, ਜੀ। ਸਾਨੂੰ ਕਿਸੇ ਨੇ ਕਿਹਾ ਸੀ ਉੱਥੋਂ ਸਾਨੂੰ ਸਸਤੀ ਚੀਜ਼ ਮਿਲ ਜਾਣੀ, ਅਸੀਂ ਸਸਤੀ ਚੀਜ਼ ਲੈ ਲਈ। ਹੂੰ। ਉਹ ਪਿੱਛੇ ਜੇ ਕੀ ਹੋਇਆ ਕਿ ਇੱਕ ਆਪਣੇ ਸੀਗੇ, ਜੀ। ਉਹਨਾਂ ਨੇ ਗੱਲ ਕੀਤੀ, ਕਹਿੰਦੇ ਵੀ ਅਸੀਂ ਇੰਸ਼ੋਰੈਂਸ ਕਰਾਈ ਸੀ ਕਾਰ ਦੀ, ਹੂੰ। ਵੀ ਉਹ ਅੰਦਰ ਗੈਸ ਪਾਉਣ ਗਏ, ਪੈਸੇ ਦੇਣ ਗਏ, ਤੇਲ ਪਾਉਣਾ ਸੀਗਾ। ਜੀ। ਹੁਣ ਮੋਸਟਲੀ ਬਹੁਤ ਸਾਰੇ ਲੋਕ ਨਾ ਖੁੱਲੀ ਰਹਿਣ ਦਿੰਦੇ ਆ ਕਾਰ ਨੂੰ, ਹੂੰ। ਕਈ ਚਾਬੀ ਵੀ ਵਿੱਚ ਰਹਿਣ ਦਿੰਦੇ ਆ। ਹੂੰ। ਅਗਲਾ ਕੋਈ ਖੜਾ ਦੇਖਦਾ ਸੀ, ਘਰ ਭਜਾ ਕੇ ਲੈ ਗਿਆ। ਓਹ ਅੱਛਾ। ਫਿਰ ਤੁਸੀਂ ਇੰਸ਼ੋਰੈਂਸ ਨੂੰ ਕਾਲ ਕਰਨੀ ਸੀ, ਕਹਿੰਦੇ ਇੰਸ਼ੋਰੈਂਸ ਨੂੰ ਕਾਲ ਕੀਤੀ ਸੀਗੀ, ਹੂੰ। ਤੁਹਾਡੀ ਫੁੱਲ ਕਵਰੇਜ ਨਹੀਂ ਸੀ, ਸਾਰਾ ਕੁਝ ਸੀਗਾ। ਫਿਰ ਕੀ ਹੋਇਆ, ਉਹ ਕਹਿੰਦੇ ਇਹ ਤਾਂ ਕਵਰੇਜ ਹੀ ਹੈ ਨਹੀਂ ਸੀ ਜੇ ਚੋਰੀ ਹੋ ਗਈ ਤਾਂ। ਓਹ ਅੱਛਾ। ਗੱਲ ਕੀ ਆ ਵੀ ਜਿੱਥੇ ਅਸੀਂ ਚੀਜ਼ਾਂ ਦੇਖ ਕੇ ਲੈਣੀਆਂ, ਅਸੀਂ ਸਸਤੀ ਨਹੀਂ ਲੈਣੀ ਹੁੰਦੀ। ਹੂੰ। ਜਾਂ ਤੁਸੀਂ ਮਹਿੰਗੀ ਵੀ ਲਈ ਆ, ਸਸਤੀ ਲਈ ਆ, ਲੀਜ਼ ਤੇ ਲਈ ਆ, ਬਾਏ ਕੀਤੀ ਆ, ਕੋਈ ਚੀਜ਼ ਬੁੱਕ ਕਰਾਈ ਆ, ਜੀ, ਜੀ। ਜਿਹੜੀ ਮੇਨ ਚੀਜ਼ ਹੁੰਦੀ ਆ ਉਹ ਜਿਹੜੇ ਪੇਪਰਾਂ ਤੇ ਸਾਈਨ ਕਰਦੇ ਆ ਤੁਸੀਂ, ਹੂੰ। ਅਗਲੇ ਨੇ ਨਾ ਇੱਕ ਕਾਂਟਾ ਜਿਹਾ ਪਾਇਆ ਹੁੰਦਾ, ਇੱਥੇ ਸਾਈਨ ਕਰ ਦਿਓ। ਹਾਂਜੀ, ਹਾਂਜੀ, ਵਾਇਆ ਹੁੰਦਾ। ਅਸੀਂ ਵੀ ਐਂ ਕਰੀਦਾ ਵੈਸੇ। ਹੂੰ। ਉਹ ਕਾਂਟੇ ਤੇ ਸਾਈਨ ਕਰ ਦਈਦੇ ਆ, ਜੀ। ਸਾਈਨ ਕਰਕੇ ਅਸੀਂ ਘਰ ਨੂੰ ਆ ਜਾਈਦਾ, ਚੀਜ਼ ਨੂੰ ਲਈ ਜਾਈਦਾ, ਲੈ ਲੈਂਦੇ ਆ, ਬਾਈ ਜਾਈਦਾ, ਕਰੀ ਜਾਈਦਾ। ਕੁਛ ਦੇਰ ਬਾਅਦ ਹੂੰ। ਜਾਂ ਤਾਂ ਚੀਜ਼ ਸਾਨੂੰ ਚਾਹੀਦੀ ਨਹੀਂ, ਜਾਂ ਉਹ ਅਸੀਂ ਲੀਜ਼ ਤੇ ਲਈ ਆ ਜਾਂ ਬਾਏ ਕੀਤੀ ਆ, ਅਸੀਂ ਮੁੜ ਕੇ ਉਹਨੂੰ ਕਹਿੰਦੇ ਆ ਵੀ ਤੂੰ ਆਹ ਮੁੜ ਕੇ ਖਰੀਦ ਲਾ, ਤੇ ਜੇ ਇਹ ਲੀਜ਼ ਤੇ ਆ ਤੂੰ ਵਾਪਸ ਲੈ ਲਾ।
ਹੂੰ, ਹੂੰ, ਅਗਲਾ ਉਹ ਨਾ ਜਿਹੜਾ ਇੱਕ ਪੈਰਾਗ੍ਰਾਫ ਹੁੰਦਾ ਉਹ ਕੱਢ ਕੇ ਮੂਹਰੇ ਰੱਖ ਦਿੰਦਾ ਹੂੰ, ਵੀ ਆਹ ਤੁਸੀਂ ਸਾਈਨ ਕੀਤੇ ਹੋਏ ਆ, ਇਹਦੇ ਵਿੱਚ ਆਹ ਲਿਖਿਆ ਹੋਇਆ ਹੈ। ਜੀ, ਉੱਥੇ ਵੀ ਸਾਨੂੰ ਐਂ ਲੱਗਦਾ ਵੀ ਸਾਡੇ ਨਾਲ ਤਾਂ ਹੋ ਗਿਆ ਫਰਾਡ। ਹੂੰ, ਅੱਜ ਸਾਡੀ ਗੱਲਬਾਤ ਤਾਂ ਇਹਦੇ ਤੇ ਰਹੂਗੀ ਕਿ ਜੀ, ਜੇ ਅਸੀਂ ਪੈਸੇ ਸਪੈਂਡ ਕਰਨੇ ਆ, ਜੀ, ਅਸੀਂ ਬਿਜ਼ਨਸ ਲੈਣਾ, ਅਸੀਂ ਬਿਜ਼ਨਸ ਕਰਦੇ ਆ, ਸਾਡੀ ਸਾਡੀ ਰੋਜੀ ਰੋਟੀ ਆ, ਹੂੰ, ਹੂੰ, ਤੇ ਅਸੀਂ ਪੜ੍ਹਦੇ ਕਿਉਂ ਨਹੀਂ? ਹੂੰ। ਤੇ ਅੱਛਾ ਇੱਕ ਗੱਲ ਹੋਰ ਜ਼ਰੂਰ ਬਲਵਿੰਦਰ ਕੌਰ ਜੀ ਦੱਸਿਓ ਕਿ ਇੱਥੇ ਤਾਂ ਬਿਜ਼ਨਸ ਹੈ ਨਾ ਕਾਰਾਂ ਨੂੰ ਰੈਂਟ ਤੇ ਦੇਣ ਦਾ, ਉਹਨਾਂ ਦਾ ਕਦੇ ਕਿਸੇ ਨਾਲ ਰੌਲਾ ਪਿਆ ਨਹੀਂ ਸੁਣਿਆ। ਇੱਥੇ ਬਿਜ਼ਨਸ ਹੈ ਬਾਈਕਸ ਨੂੰ ਰੈਂਟ ਤੇ ਦੇਣ ਦਾ, ਉਹਨਾਂ ਦਾ ਕਦੇ ਕਿਸੇ ਨਾਲ ਰੌਲਾ ਪਿਆ ਨਹੀਂ ਸੁਣਿਆ। ਹੋਰ ਬਥੇਰੇ ਲੋਕ ਹਾਇਰ ਵੀ ਕਰਦੇ ਆ, ਲੋਕ ਕੰਮ ਵੀ ਕਰਦੇ ਆ। ਕਦੇ ਐਸਾ ਝਗੜੇ-ਝੇੜੇ, ਗਿਲੇ-ਸ਼ਿਕਵੇ, ਲਾਂਭੇ ਸੁਣੇ ਨਹੀਂ। ਕਾਰਨ ਕੀ ਆ? ਉਹਨਾਂ ਦਾ ਪੇਪਰ ਵਰਕ ਚੰਗਾ ਵਾ, ਚੀਜ਼ਾਂ ਨੂੰ ਖੰਗਾਲਦੇ ਆ ਜਾਂ ਕਿੱਥੇ ਕਿਤੇ ਨਾ ਕਿਤੇ ਤਾਂ ਕਮੀ ਹੋਊਗੀ। ਹਾਲਾਂਕਿ ਉਹਨਾਂ ਨੂੰ ਲੋਕਾਂ ਨੇ ਸੁਧਾਰ ਦਿੱਤਾ ਹੁੰਦਾ, ਮੈਂ ਸੱਚੀ ਗੱਲ ਦੱਸਾਂ। ਜੀ, ਜੀ, ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨੇ ਕੀਤਾ ਹੋਊਗਾ। ਜੀ। ਉਹ ਨਹੀਂ, ਕਿਹਦਾ ਨਹੀਂ ਜੀ ਕਰਦਾ ਮੈਂ ਹੀ ਪੈਸੇ ਬਣਾਈ ਜਾਵਾਂ ਨਾ। ਹੂੰ, 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 ਉਹਨਾਂ ਨੇ ਹੋ ਸਕਦਾ ਕੀਤਾ ਹੋਊਗਾ ਜਿਹੜੀਆਂ ਕੰਪਨੀਆਂ ਆ। ਹੂੰ। ਉਹਨਾਂ ਨੇ ਫਿਰ ਇਹ ਦੇਖਿਆ ਵੀ ਇਹ ਬੁੱਤ ਤੇ ਨਹੀਂ ਚੱਲਣਾ ਹੈਗਾ। ਉਹਨਾਂ ਨੇ ਜੀ, ਆਪਣੇ ਕੰਮ ਕਰ ਲਏ ਸਿੱਧੇ। ਹਾਂਜੀ। ਉਹ ਤੁਹਾਡੇ ਤੋਂ ਇੰਸ਼ੋਰੈਂਸ ਵੀ ਚਾਰਜ ਕਰ ਲੈਂਦੇ ਆ ਉੱਥੇ। ਹਾਂਜੀ, ਕਰਦੇ ਆ ਜੀ। ਅਸੀਂ ਚੁੱਪ ਕਰਕੇ ਦੇ ਆਉਂਦੇ ਕਿਉਂਕਿ ਅਸੀਂ ਪੁੱਛਦੇ ਹੀ ਕੁਛ ਨਹੀਂ ਗੇ ਵੀ ਆਹ ਕਾਹਦੇ ਪੈਸੇ ਚਾਰਜ ਕੀਤੇ ਆ। ਹਾਂਜੀ, ਹਾਂਜੀ, ਬਿਲਕੁਲ ਅਸ਼ੋਰੈਂਸ ਆਪਣੇ ਚਾਰਜ ਬੰਦੇ ਨੂੰ ਜੇ $10 ਦੀ ਚੀਜ਼ ਆ, ਇਹ 'ਚ ਗੁੰਜਾਇਸ਼ ਨਹੀਂ ਹੋ ਸਕਦੀ। ਹੂੰ। ਆਪਣੇ ਬੰਦੇ ਨੂੰ ਹੀ ਅਸੀਂ ਕਰਦੇ ਆ। ਜੀ, ਜੀ। ਉੱਥੇ ਤਾਂ ਅਸੀਂ ਕਿਸੇ ਨੇ ਕਦੀ ਕੁਛ ਕੀਤਾ ਹੀ ਨਹੀਂਗਾ। ਹੂੰ। ਸੋ ਉਹਨਾਂ ਤੇ ਸੂਹ ਹੋਈ ਹੋਊਗੀ ਜੀ। ਕੁਛ ਕੰਪਨੀਆਂ ਤੇ, ਫਿਰ ਉਹ ਸੁਧਰੇ ਹੋਣਗੇ। ਤੇ ਸੂਹਾਂ ਹੁਣ ਵੀ ਹੁੰਦੀਆਂ ਆ। ਹੂੰ। ਨਾਲੇ ਹੁਣ ਬਹੁਤੀ ਗੱਲ ਆਪਾਂ ਹੀ ਜਿਹੜੇ ਵੀ ਹੈਗੇ ਆ ਤੁਸੀਂ, ਵੈਸੇ ਅੱਜ ਸਾਡਾ ਸ਼ੋਅ ਟਰੱਕਿੰਗ ਦਾ ਹੁੰਦਾ ਹੈ, ਇੱਥੇ ਵੀ ਕਾਲਾਂ ਬਹੁਤ ਆ ਜਾਂਦੀਆਂ ਸਾਡੇ ਨਾਲ ਫਰਾਡ ਹੋ ਗਿਆ, ਸਾਡੇ ਨਾਲ ਆਹ ਹੋ ਗਿਆ, ਸਾਡੇ ਨਾਲ ਇਹ ਪਿਛਲੇ 2 ਸਾਲਾਂ ਤੋਂ ਗੱਲਾਂ ਸੁਣ ਰਹੇ ਆ ਤੇ ਇੱਥੇ ਅਸੀਂ ਗੱਲਾਂ ਕਰ ਵੀ ਰਹੇ ਆ। ਜੀ, ਬਿਲਕੁਲ। ਵੀ ਤੁਸੀਂ ਇੱਕ ਜੇ ਪੇਪਰ ਲੈ ਜਾਓ, ਸਾਨੂੰ ਇੰਨੀ ਕਾਹਲੀ ਥੋੜ੍ਹੀ ਹੁੰਦੀ ਆ ਕਿ ਅਸੀਂ ਸਾਈਨ ਕਰਕੇ ਆਉਣਾ ਉੱਠਣਾ ਉੱਥੋਂ। ਨਹੀਂ ਹੂੰ। ਫਿਰ ਜੀ ਬਹੁਤਿਆਂ ਨੂੰ ਇਹਦਾ ਚੰਗਾ ਨਹੀਂ ਲੱਗਦਾ। ਤੇ ਹਾਂਜੀ, ਹੁਣ ਚੰਗਾ ਲੱਗਦਾ ਜਿਹੜਾ ਤੁਸੀਂ ਭੁਗਤਦੇ ਆ? ਬਾਅਦ 'ਚ ਖੱਜਲ ਖੁਆਰੀ ਜਿਹੜੀ ਉਹ ਚੰਗੀ ਲੱਗਦੀ ਹੈ। ਹਾਂ, ਉਹ ਜਿਹੜੀ ਹੂੰ, ਖੱਜਲ ਖੁਆਰੀ ਆ ਤੁਹਾਡੀ ਇੰਨੀ, ਹੁਣ ਹੂੰ। ਉਹਦਾ ਕੀ ਬਣੂਗਾ? ਜੀ, ਜੀ। ਜੀ। ਬਿਲਕੁਲ ਜੀ, ਕੁਛ ਕਾਲਰਸ ਨੇ ਉਹ ਸਾਡੇ ਨਾਲ ਜੁੜ ਸਕਦੇ ਨੇ, ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਸੇ ਤਰ੍ਹਾਂ। ਗੱਲਬਾਤ ਇਹ ਹੋ ਰਹੀ ਹੈ ਕਿ ਕੀ ਸਾਡੇ 'ਚ ਕਿਤੇ ਖਾਮੀ ਹੈ, ਕਿੱਥੇ ਖਾਮੀ ਹੈ, ਟੈਕਨੀਕਲ ਤੌਰ ਤੇ ਫਾਲਟ ਕਿੱਥੇ ਆ, ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਬਾਅਦ 'ਚ ਸਾਨੂੰ ਆਪਣੇ ਐਂਗਲ ਤੋਂ ਲੱਗਦਾ ਹੁੰਦਾ ਕਿ ਇਹ ਫਰਾਡ ਹੋ ਗਿਆ, ਜਦ ਕਿ ਜਿਹੜੀ ਮੋਹਰਲੀ ਧਿਰ ਆ ਉਹ ਤਾਂ ਆਪਣੇ ਮੂਹਰੇ ਕਈ ਵਾਰੀ ਕਾਗਜ਼ ਰੱਖ ਦਿੰਦੀ ਹੈ ਕਿ ਆਹ ਲੈ ਮਿੱਤਰਾ ਤੇਰੇ ਸਾਈਨ ਹੋਏ ਆ। ਹੁਣ ਉੱਥੇ ਬੰਦਾ ਸਾਈਨ ਤੋਂ ਤਾਂ ਭੱਜ ਨਹੀਂ ਸਕਦਾ ਕਿ ਹਾਂ ਮੇਰੇ ਨਹੀਂ ਗੇ, ਦਸਤਖਤ ਤਾਂ ਮੇਰੇ ਹੀ ਹੈ। ਬੰਦਾ ਕਹਿੰਦਾ ਜੇ ਮੇਰੇ ਆ ਤਾਂ ਇਹਦਾ ਮਤਲਬ ਆ ਤੂੰ ਸਹਿਮਤੀ ਪ੍ਰਗਟਾਈ ਹੈ ਕਿ ਹਾਂ ਭਾਈ ਮੈਂ ਇਸ ਗੱਲ ਦੇ ਲਈ ਸਹਿਮਤ ਹੈ। ਹੁਣ ਅਗਲਾ ਕਾਨੂੰਨਨ ਤੌਰ ਤੇ ਸਹੀ ਹੈ, ਪਰ ਸਾਨੂੰ ਪਤਾ ਨਹੀਂ ਕਿਉਂ ਐਂ ਲੱਗਦਾ ਕਿ ਅਸੀਂ ਸਹੀ ਹਾਂ, ਪਰ ਅਸੀਂ ਉਹਨਾਂ ਚੀਜ਼ਾਂ ਨੂੰ ਐਸਟੈਬਲਿਸ਼ ਕਰਨਾ ਬਹੁਤ ਔਖਾ, ਉਹਨਾਂ ਚੀਜ਼ਾਂ ਨੂੰ ਸਥਾਪਿਤ ਕਰਨਾ ਬਹੁਤ ਸੌਖਾ, ਦੋਸ਼ ਲਾ ਦੇਣੇ ਬਹੁਤ ਸੌਖੇ ਆ ਕਿ ABCD ਨੇ ਆਹ ਕਰਤਾ, ABCD ਇਹਦੇ ਲਈ ਜ਼ਿੰਮੇਵਾਰ ਹੈ, ਜਾਂ ਪ੍ਰਵੀਨ ਜੀ। ਸ਼ਰਮੇ ਨੇ ਕਰਤਾ, ਬਲਵਿੰਦਰ ਕੌਰ ਨੇ ਕਰਤਾ, ਕਿਸੇ ਨੇ ਵੀ ਹੂੰ। ਕਰਤਾ। ਪਰ ਜਦੋਂ ਆਪਾਂ ਕਹਿੰਦੇ ਕਿ ਚਲੋ ਠੀਕ ਹੈ ਟੇਬਲ ਟਾਕ ਕਰਦੇ ਹਾਂ, ਦੱਸੋ ਕਿਹੜਾ ਸਹੀ ਹੈ, ਕਿਹੜਾ ਗਲਤ ਹੈ। ਜਦੋਂ ਅਗਲਾ ਕਹਿੰਦਾ ਕਿ ਆਹ ਲਓ ਜੀ ਤੁਹਾਡੀ ਸਹਿਮਤੀ ਪਈ ਹੈ ਇੱਥੇ ਟੇਬਲ ਦੇ ਉੱਤੇ, ਫਿਰ ਸਾਨੂੰ ਕੋਈ ਗੱਲ ਨਹੀਂ ਔੜਦੀ। ਆਮ ਹੀ ਜਿਹੜੇ ਕਈ ਵਾਰੀ ਆਮ ਨਾ, ਹੀ ਹੁੰਦਾ। ਹਾਂਜੀ, ਹਾਂ, ਆਮ ਹਾਂ। ਹੀ ਹੁੰਦਾ ਵੀ ਕਈ ਵਾਰੀ ਸਾਡੇ ਬਾਰੇ ਇਹ ਕਿਹਾ ਜਾਂਦਾ, ਕਈ ਲੋਕ ਕਹਿੰਦੇ ਕਿ ਤੁਸੀਂ ਭਾਈ ਗੱਲ ਖੋਲ੍ਹਣ ਲੱਗੇ ਤਾਂ ਮੰਨਦੇ ਆ, ਸੰਗ ਤੇ ਰੌਲਾ ਪਾਉਣ ਲੱਗੇ ਸੰਗ ਨਹੀਂ ਮੰਨਦੇ ਬਾਅਦ 'ਚ। ਸੋ ਇਹ ਵਾਪਰਦਾ ਵਾ। ਇਹ ਕਿਉਂ ਜੀ, ਆ ਜੀ। ਸਾਡੇ ਨਾਲ? ਜੀ। ਉਹਦੇ ਵਿੱਚ ਇਹ ਵੀ ਹੁੰਦਾ ਹੈ ਨਾ, ਜਿੱਦਾਂ ਹੁਣ ਅਸੀਂ ਆਪਣੇ ਆਪਣੇ ਪਾਸਾ ਲੈ ਲਈਏ, ਹੂੰ, ਸਾਨੂੰ ਕਿਹਾ ਜਾਂਦਾ ਹੈ, ਹਾਂਜੀ। ਤੁਸੀਂ ਆ ਫਲਾਣੇ ਦਾ ਨਾਂ ਲੈ ਕੇ ਨਾ ਕਰੋ। ਹੂੰ, ਹੂੰ, ਮਤਲਬ ਕਿ ਜੇ ਸਿੱਧੇ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰਨਾ ਹੋਵੇ ਨਾ, ਹੂੰ, ਆ ਹੂੰ, ਫਲਾਣੇ ਦੀ ਮਿੱਟੀ ਪੱਟ ਦੋ, ਹੂੰ, ਉਹਨੂੰ ਫਿਰ ਡਰਾਵਾ ਦੇਣਾ ਆ। ਜੀ। ਅਸੀਂ ਤੁਹਾਡੀ ਮੀਡੀਆ 'ਚ ਮਿੱਟੀ ਪੱਟਾਂਗੇ, ਏਦਾਂ ਹੂੰ, ਨਹੀਂ ਹੁੰਦੀਆਂ ਗੱਲਾਂ। ਨਹੀਂ ਹੁੰਦੀ ਬਿਲਕੁਲ। ਫਿਰ ਤੁਸੀਂ ਉਹ ਥੋੜ੍ਹੀਆਂ ਚੀਜ਼ਾਂ ਦੇ ਉੱਤੇ ਇੱਕ ਦੂਜੇ ਨਾਲ ਐਗਰੀ ਹੋ ਕੇ ਬਹਿ ਜਾਓ। ਹੂੰ, ਤੁਹਾਡਾ ਕੋਈ ਭਾਵੇਂ ਦੋਸਤ, ਮਿੱਤਰ, ਰਿਸ਼ਤੇਦਾਰ ਆ, ਵਿੱਚ ਪਾਇਆ ਗੱਲਾਂ ਦੇ ਲਈ, ਜੀ, ਫਿਰ ਜੀ। ਤੁਸੀਂ ਉਹਨੂੰ ਪੁੱਛਦੇ ਨਹੀਂ, ਬਾਹਰ ਹੀ ਕੱਢ ਦਿੰਦੇ। ਹੂੰ, ਫਿਰ ਤਾਂ ਉਹਦੀ ਕੋਈ ਕਦਰ ਹੀ ਨਹੀਂ ਰਹਿੰਦੀ। ਨਹੀਂ ਰਹਿੰਦੀ ਬਿਲਕੁਲ, ਬਾਈਪਾਸ ਹੋ ਗਿਆ ਨਾ ਕੰਮ। ਬਾਈਪਾਸ ਹੋ ਗਿਆ। ਹੂੰ, ਹਾਂ, ਆਪਾਂ ਇਹ ਨਹੀਂ ਕਹਿੰਦੇ ਫਰਾਡ ਹੁਣ ਹਟ ਜਾਣਗੇ ਜਾਂ ਹੂੰ, ਫਰਾਡ ਹੁੰਦੇ ਨਹੀਂਗੇ। ਹੂੰ, ਹੂੰ, ਬਹੁਤਿਆਂ ਨਾਲ ਹੋਏ ਆ, ਬਹੁਤੇ ਵਿਚਾਰਿਆਂ ਨੂੰ, ਭਲੇ ਮਾਨਸਾਂ ਨੂੰ ਦੇਖ ਕੇ ਵੀ ਫਰਾਡ ਬਹੁਤੇ ਕਰਨ ਵਾਲਿਆਂ ਨੇ ਕੀਤੇ ਆ। ਹੂੰ, 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 ਫਿਰ ਇਹ ਹੁੰਦਾ ਆ ਵੀ ਆਪਾਂ ਨਹੀਂ ਕਹਿੰਦੇ ਕਿਸੇ ਦਾ ਨਾਂ ਲਵੋ। ਜੀ, ਜੀ। ਅਸੀਂ ਤਾਂ ਕਹਿੰਦੇ ਨਹੀਂਗੇ, ਅਸੀਂ ਤਾਂ ਆਲਵੇਜ਼ ਕਹਿੰਦੇ ਹਾਂ ਕਿਸੇ ਦਾ ਨਾਂ ਨਾ ਲਵੋ। ਜੇ ਕੋਈ ਕੋਈ ਆਇਆ, ਕੋਈ ਬਹੁਤ ਹੀ ਗੁੱਸੇ 'ਚ ਨਾਂ ਹੀ ਲੈ ਗਿਆ, ਫਿਰ ਵੀਡੀਓ ਲਾ ਦਿਓ ਸਾਡੀ, ਵੀਡੀਓ ਲਾ ਦਿਓ ਸਾਡੀ। ਹਾਂਜੀ, ਹਾਂਜੀ, ਇਹ ਵੀ ਸਾਨੂੰ ਰੌਲਾ ਆਪੋ ਪੈਂਦਾ। ਆਪਣੀਆਂ ਸੁਧਾਰ ਵੀ ਕਰਨੇ ਚਾਹੀਦੇ ਆ। ਜੀ। ਵੀਡੀਓ ਤਾਂ ਲੱਥ ਜਾਊਗੀ। ਹੂੰ,
ਪਰ ਉਹ ਜਿਹੜੀ ਮੂੰਹੋਂ-ਮੂੰਹ ਹੀ ਗੱਲ ਜਾਂਦੀ ਹੈ ਇੱਧਰ-ਉੱਧਰ ਨੂੰ। ਹਾਂ, ਬਿਲਕੁਲ ਉਹ ਨਹੀਂ ਨਾ ਰੁਕਦੀ ਜਿਹੜੀ ਇੱਕ ਵਾਰੀ ਹਾਂ, ਤੁਰ ਪਈ। ਕਿਉਂਕਿ ਫਰੋਡ ਆਪਾਂ ਇਹ ਕਹਿੰਦੇ ਆ, ਇਹ ਨਹੀਂ ਕਹਿੰਦੇ ਵੀ ਉਹ ਕੋਈ ਗੋਰੇ ਨਹਾਤੇ-ਧੋਤੇ ਆ। ਪਿੱਛੇ ਜਿਹੇ ਬਹੁਤ ਸੀ ਜਿਹੜੇ, ਜਦੋਂ ਅਸੀਂ ਬਾਹਲਾ ਹੀ ਗਾਹ ਪਾਤਾ ਸੀ, ਟਰੱਕ ਬੁੱਕ ਕਰਾਈ ਜਾਂਦੇ ਸੀਗੇ, ਅੱਗੇ ਤੋਂ ਅੱਗੇ ਬੁਕਿੰਗ ਹੋਈ ਜਾਂਦੀ ਸੀ, ਹੂੰ, ਹੂੰ। ਗਿਣਤੀਆਂ ਦੱਸਣ ਲਈ। ਸਾਡੇ ਤਾਂ ਇੰਨੇ ਆ। ਹਾਂਜੀ। ਮਾੜੀ ਗੱਲ ਨਹੀਂ, ਕੋਈ ਕ੍ਰਾਈਮ ਹੂੰ। ਨਹੀਂਗਾ ਬਿਜ਼ਨਸ ਕਰਨਾ। ਵਧਾਉਣਾ ਤਾਂ ਵਧਾਓ ਕੋਈ ਗਲਤ ਇਹਨੂੰ, ਨਹੀਂ ਹੈ, ਬਿਲਕੁਲ। ਵਧਾਓ ਇਹਨੂੰ। ਹੂੰ, ਥੋੜ੍ਹੀ ਜਿਹੀ ਮਨ ਦੇ ਵਿੱਚ ਸ਼ਾਂਤੀ ਰੱਖ ਕੇ ਵੀ ਅਸੀਂ ਬਹੁਤ ਉੱਚੇ ਜਾਣਾ ਆ, ਬਹੁਤ ਵੱਡਾ ਬਿਜ਼ਨਸ ਕਰਨਾ ਹੈ। ਹੂੰ। ਉਸ ਵੇਲੇ ਉਹਨੇ ਕੀ ਕੀਤਾ, ਬੁਕਿੰਗ ਤੇ ਕਰ ਲਈ। ਉਹ ਤੇ 10-15,000 ਜਿਹੜੇ ਚੱਕਣ ਜਾਂਦੇ ਸੀਗੇ, ਉਹ ਵਾਧੂ ਲਈ ਜਾਂਦੇ ਸੀਗੇ। ਜੀ, ਜੀ। ਕਹਿੰਦੇ ਡਿਫਰੈਂਸ ਹੋ ਗਿਆ। ਹੂੰ, ਉੱਥੇ ਲਿਖਾਈ ਪੜ੍ਹਾਈ ਕੋਈ ਪੁੱਛਦਾ ਹੀ ਨਹੀਂ ਸੀਗਾ। ਉੱਥੇ 15,000 ਵਾਧੂ ਦੇ ਕੇ ਲੈ ਜਾਂਦੇ ਸੀ। 6-6 7-7 ਟਰੱਕ ਕਰਾਏ ਹੋਏ ਸੀਗੇ। ਹੂੰ। ਬਿਲਕੁਲ। 15,000 6 ਟਰੱਕ ਦਾ ਹੂੰ। ਤੁਸੀਂ $1,00,000 ਜਿਉਂ ਆਲਮੋਸਟ ਵਾਧੂ ਦੇਣਾ ਆ। ਜੀ, ਉੱਥੇ ਤੁਹਾਡੀ ਫਿਰ ਲਿਖਾਈ ਪੜ੍ਹਾਈ ਕਿੱਥੇ ਜਾਂਦੀ ਹੈ? ਬਿਲਕੁਲ, ਜਦ ਬਿਲਕੁਲ। ਤੁਹਾਡੀ ਉਹ ਲਿਖਤ ਦੇ ਵਿੱਚ ਹੈ ਹੀ ਨਹੀਂ ਸੀਗਾ ਪਹਿਲਾਂ। ਹੂੰ। ਤੁਹਾਡੀ ਗੱਲ ਹੋ ਗਈ ਆ ਇਹ। ਜੀ। ਇੱਦਾਂ ਵੀ ਕਦੀ ਹੋਇਆ ਆ ਵੀ ਤੁਸੀਂ 5 ਲੱਖ ਦਾ ਘਰ ਲੈ ਲਿਆ, ਪ੍ਰਾਈਸਾਂ ਡਿੱਗ ਗਈਆਂ ਤੇ ਫਿਰ ਉਹ 2.5 ਲੱਖ ਤੇ ਆ ਗਿਆ। ਫਿਰ ਉਹ 5 ਤਾਂ ਲਓਗੇ। ਇੱਦਾਂ ਹੁੰਦੀ ਹੈ? ਨਹੀਂ ਹੁੰਦਾ, ਨਹੀਂ ਹੋ ਸਕਦਾ। ਹਾਂ। ਸੋ ਉੱਥੇ ਆਪਣਾ ਮੇਨ ਮਕਸਦ ਇਹ ਆ ਵੀ ਤੁਸੀਂ ਕਰਨਾ ਬਿਜ਼ਨਸ, ਤੁਸੀਂ ਲੈਣਾ ਕੋਈ ਲਾਇਸੈਂਸ, ਤੁਸੀਂ ਕੁਛ ਵੀ ਕਰਨਾ ਆ, ਛੋਟੀ ਤੋਂ ਛੋਟੀ ਚੀਜ਼ ਦਾ। ਭਾਵੇਂ ਤੁਸੀਂ ਉਬਰ ਤੇ ਕਰਦੇ ਆ, ਹਾਂਜੀ। ਕਿਤੇ ਵੀ ਕਰਦੇ ਆ, ਛੋਟਾ ਬਿਜ਼ਨਸ ਵੀ ਕਰਦੇ ਆ, ਭਾਵੇਂ ਸਕੂਟਰ ਤੇ ਰਾਈਡ ਹੀ ਦਿੰਦੇ ਆ ਕਿਸੇ ਨੂੰ। ਹੂੰ। ਤੁਹਾਡੀਆਂ ਲਿਖਤਾਂ ਪੜ੍ਹਤਾਂ ਬਹੁਤ ਜ਼ਰੂਰੀ ਆ ਕਿ ਤੁਸੀਂ ਲਿਖਤ ਪੜ੍ਹਤ ਕੀਤੀ ਹੋਈ ਹੋਵੇ। ਜੀ। ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਪੰਜਾਬੀ ਅਨਪੜ੍ਹ ਆ। ਹੂੰ, ਹੂੰ, ਹੂੰ। ਜਿਲੇ ਜੰਗ ਲੋਕ ਕਾਲ ਕਰਦੇ ਨਾ, ਉਸ ਵੇਲੇ ਮੈਂ ਹੈਰਾਨ ਹੁੰਦੀ ਆ ਵੀ ਇੰਗਲਿਸ਼ ਸਕੂਲਾਂ ਤੋਂ ਪੜ੍ਹ ਕੇ ਆਏ ਆਪਾਂ, ਹੂੰ। ਤੇ ਸਾਨੂੰ ਕਾਹਲੀ ਕਾਹਦੀ ਹੁੰਦੀ ਆ ਘੁੱਗੀ ਮਾਰਨੇ ਦੀ। ਜੀ, ਜੀ, ਜੀ। ਏਦਾਂ ਤਾਂ ਉਹ ਸਿਆਣੇ ਵੀ ਨਹੀਂ ਕਰਦੇ ਹੁੰਦੇ ਸੀ। ਗੁੱਠਾ ਲੱਗਾ ਹੁੰਦਾ ਸੀ ਪੱਕਾ ਉਹਨਾਂ ਦਾ, ਹਾਂਜੀ। ਹਨਾ। ਆਪਾਂ ਹੂੰ, ਉੱਥੇ ਪੁੱਠੀ ਸਿੱਧੀ ਘੁੱਗੀ ਮਾਰ ਕੇ ਆ ਜਾਂਦੇ ਆ। ਹੂੰ। ਸੋ ਕੋਈ ਵੀ ਬਿਜ਼ਨਸ ਕਰਨਾ ਆ, ਕਿਤੇ ਵੀ ਆ, ਤੁਸੀਂ ਨੌਲੇਜ ਲਓ ਕਿਤੇ। ਹੁਣ ਜੇ ਮੈਂ ਪ੍ਰਵੀਨ 15,000 ਖਰਚ ਰਹੀ ਆ ਕਿਸੇ ਬਿਜ਼ਨਸ ਤੇ, ਹਾਂਜੀ, ਹਾਂਜੀ। ਮੈਂ 300-400 ਵਕੀਲ ਤੇ ਤਾਂ ਖਰਚ ਸਕਦੀ ਨਾ। ਉਹਦੇ ਤੋਂ ਪੁੱਛ ਲਾਂ ਵੀ ਆਹ ਪੇਪਰ ਵਰਕ ਮੇਰਾ ਸਹੀ ਹੈ, ਜੇ ਮੇਰੇ ਤੋਂ ਨਹੀਂ ਪੜ੍ਹ ਹੂੰ। ਹੁੰਦਾ, ਜੇ ਮੈਨੂੰ ਕੁੰਡੀਆਂ ਨਹੀਂ ਪਤਾ। ਜੀ, ਨਾਲੇ ਇੱਕ ਚੀਜ਼ ਹੋਰ ਇੱਥੇ ਆਪਾਂ ਐਡ ਔਨ ਕਰ ਦਈਏ ਬਲਵਿੰਦਰ ਕੌਰ ਜੀ, ਇਹ ਕਿ ਕੋਈ ਵੀ ਜਿਹੜੀ ਚੀਜ਼ ਆ, ਉਹਦੀ ਜਿਹੜੀ ਵੈਲਿਊਏਸ਼ਨ ਹੈ, ਕੋਈ ਵੀ, ਚਾਹੇ ਉਹ ਟਰੱਕ ਹੈ, ਕਾਰ ਹੈ, ਮੋਟਰਸਾਈਕਲ ਹੈ, ਘਰ ਹੈ, ਮਾਰਕੀਟ ਦੇ ਹਿਸਾਬ ਦੇ ਨਾਲ ਉਹਨੇ ਉੱਪਰ ਵੀ ਜਾਣਾ ਤੇ ਥੱਲੇ ਵੀ ਆਉਣਾ ਹੈ। ਨਵਾਂ ਲਵਾਂਗੇ ਉਹਨੇ ਘਟਣਾ ਹੀ ਘਟਣਾ ਹੈ। ਘਰ ਲਾਂਗੇ, ਮਾਰਕੀਟ ਅਪ ਹੈ, ਵੱਧ ਵਿਆਜ ਤੇ ਲਾਂਗੇ, ਕੀਮਤ ਉਸ ਵੇਲੇ ਦੀ ਰਹਿਣੀ ਹੈ। ਜੇ ਉਦੋਂ ਬਾਅਦ ਡਾਊਨ ਹੁੰਦੀ ਹੈ ਮਾਰਕੀਟ, ਤਾਂ ਉਹ ਜਿਹੜੇ ਭਾਅ ਨੇ ਉਹ ਚਲੰਤ ਉਹ ਰਹਿਣੇ ਹੈ। ਸੋ ਇਹਦੇ ਵਿੱਚ ਇਹ ਸਾਨੂੰ ਮਨ ਬਣਾ ਕੇ ਜਾਂ ਪ੍ਰਿਪੇਅਰ ਹੋ ਕੇ ਚੱਲਣਾ ਪੈਣਾ ਕਿ ਇਹ ਚੀਜ਼ ਕੱਲ੍ਹ ਨੂੰ ਘਟਣੀ ਹੈ ਜਾਂ ਉਥਲ-ਪੁਥਲ ਹੋ ਸਕਦੀ ਹੈ। ਚੀਜ਼ਾਂ ਸਾਡੇ ਹੱਕ ਦੇ ਵਿੱਚ ਵੀ ਭੁਗਤ ਸਕਦੀਆਂ, ਚੀਜ਼ਾਂ ਸਾਡੇ ਵਿਰੋਧ ਦੇ ਵਿੱਚ ਵੀ ਭੁਗਤ ਸਕਦੀਆਂ, ਸਾਨੂੰ ਘਾਟਾ ਵੀ ਦੇ ਸਕਦੀਆਂ, ਸਾਨੂੰ ਮੁਨਾਫ਼ਾ ਵੀ ਦੇ ਸਕਦੀਆਂ। ਪਰ ਇਸੇ ਦਰਮਿਆਨ ਜੇਕਰ ਅਸੀਂ ਇਹ ਕਹੀਏ ਕਿ ਉਸ ਦਿਨ ਜਿੱਦਾਂ ਮੈਂ ਇਹ ਬੰਦੇ ਨਾਲ ਗੱਲ ਕੀਤੀ ਸੀ, ਉਦੇ ਤਾਂ ਇਹ ਗੱਲ ਇਹ ਕਹਿੰਦਾ ਸੀ, ਪਰ ਅੱਜ ਇਹ ਗੱਲ ਇਹ ਕਹਿ ਰਿਹਾ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਕਹਿੰਦਾ ਕਿ ਚੱਲ ਠੀਕ ਹੈ ਤੂੰ ਸਾਬਤ ਕਰ, ਫਿਰ ਉੱਥੇ ਸਾਨੂੰ ਕੋਈ ਉਹਦੀ ਗੱਲ ਦਾ ਜਵਾਬ ਨਹੀਂ ਆਉਂਦਾ, ਕਿਉਂਕਿ ਉਸ ਦਿਨ ਜੋ ਉਹਨੇ ਕਿਹਾ ਸੀ ਉਹਦੇ ਤੇ ਅਸੀਂ ਸਹਿਮਤੀ ਪ੍ਰਗਟਾਇਆ ਸੀ। ਜੀ, ਅਸੀਂ ਤਾਂ ਸਾਈਨ ਕਰਕੇ ਦੇ ਅਸੀਂ ਆਏ ਤਾਂ ਸੀਗੇ। ਸਾਈਨ ਕਰਕੇ ਦੇ ਆਏ ਸਾਂ। ਹੂੰ। ਬਿਲਕੁਲ। ਜੀ, ਜੀ। ਤੇ ਗੱਲ ਮੈਂ ਤੁਹਾਨੂੰ ਦੱਸਦੀ ਆ ਵੀ ਵੱਡੀਆਂ ਕੰਪਨੀਆਂ ਸੀਗੀਆਂ ਅਮਰੀਕਾ ਦੇ ਵਿੱਚ। ਇੱਥੇ ਫਰਾਈ ਇਲੈਕਟ੍ਰੋਨਿਕ ਹੁੰਦੀ ਸੀਗੀ, ਕਾਸਟਕੋ ਸੀ, ਜੀ। ਹੋਰ ਜਿਹੜੇ ਜਿੰਨੇ ਵੀ ਸਟੋਰ ਸੀਗੇ ਨਾ, ਹੂੰ, ਹੂੰ। ਉਹਨਾਂ ਨੇ ਰੱਖੇ ਹੁੰਦੇ ਸੀਗੇ 90 ਦਿਨ ਚੀਜ਼ਾਂ ਮੋੜਨੇ ਲਈ, ਭਾਵੇਂ ਤੁਹਾਡੀ ਫਰਿੱਜ ਆ ਤੇ ਭਾਵੇਂ ਤੁਹਾਡਾ ਬੈੱਡ ਆ। ਜੀ, ਜੀ। ਲੋਕਾਂ ਨੂੰ ਕੀ ਭੈੜੀ ਆਦਤ ਪੈ ਗਈ ਸੀ, ਕਈ ਚੀਜ਼ਾਂ ਦੀ ਨਾ ਵਾਰੰਟੀ ਸਾਲ ਭਰ ਹੁੰਦੀ ਸੀ। ਹੂੰ, ਹੂੰ। ਚੀਜ਼ ਨੂੰ ਵਰਤੀ ਜਾਣਾ ਸਾਲ ਭਰ, ਜੀ। ਫਿਰ ਉਹ ਨਾ ਸਾਲ ਬਾਅਦ ਚੀਜ਼ ਨੂੰ ਚੇਂਜ ਕਰ ਲੈਣਾ। ਹੂੰ। ਉਹ ਉੱਥੇ ਵੀ ਬਹੁਤੇ ਲੋਕ ਨਹੀਂ ਦੇਖਦੇ ਵੀ ਇਹ ਉਹਦਾ ਨਫਾ ਨੁਕਸਾਨ ਕੀ ਆ, ਤਾਂ ਉਹਦਾ ਫਰਕ ਕੀ ਪਊਗਾ। ਹੂੰ। ਸੋ ਆ ਪਿੱਛੇ ਜਿਹੇ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ, ਆ ਕਈਆਂ ਚੀਜ਼ਾਂ ਦੀ ਨਾ ਏਦਾਂ 90 ਦਿਨ ਹੁੰਦੀ ਸੀ ਚੀਜ਼, ਜੀ, ਜੀ। ਜਾਂ 30 ਦਿਨ, ਉਹ ਬੈੱਡ ਲਿਆ ਕੇ 90 ਦਿਨ ਵਰਤ ਲੈਣਾ ਓਹ! ਬਿਸਤਰਾ, ਅੱਛਾ। ਉਦਾਂ ਹੀ ਤੈਅ ਲਾ ਕੇ ਤਾਂ ਉਹ ਮੋੜਿਆ ਆਉਣਾ। ਅਗਲਿਆਂ ਨੂੰ ਹੂੰ। ਆਪਣੀਆਂ ਪਾਲਿਸੀਆਂ ਚੇਂਜ ਕਰਨੀਆਂ ਪਈਆਂ, ਹੂੰ। ਕਿਉਂਕਿ ਅਸੀਂ ਵੀ ਗਾਹ ਪਾ ਦਿੰਦੇ ਹਾਂ। ਅਸੀਂ ਵੀ ਜਿਹੜਾ ਨਾ ਉਹ ਖਿਲਾਰਦੇ ਹਾਂ ਇੱਦਾਂ ਦਾ ਝੱਲਪੁਣਾ, ਹੂੰ, ਹੂੰ। ਉਹ ਵੀ ਫਿਰ ਬਹੁਤ ਖਰਾਬ ਕਰਦਾ। ਪਰ ਹੁਣ ਕਈ ਵਾਰੀ ਜਿਹੜੇ ਲੁੱਟੇ ਗਏ ਆ, ਹੂੰ। ਉਸ ਵੇਲੇ ਉਹਨਾਂ ਨੇ ਖਿਆਲ ਹੀ ਨਹੀਂ ਕੀਤਾ ਵੀ ਅਸੀਂ ਲੁੱਟ ਵੀ ਹੋ ਰਹੇ ਹਾਂ ਜਾਂ ਲੁੱਟੇ ਜਾਵਾਂਗੇ।
ਜੀ, ਬਈ ਚੀਜ਼ਾਂ ਤੇ ਖਰਾਬ ਹੋਣੀਆਂ ਹੀ ਹੋਣੀਆਂ, ਜਾਂ ਤੁਸੀਂ ਬਾਏ ਕੀਤੀਆਂ ਜਾਂ ਤੁਹਾਡੀਆਂ ਲੀਜ਼ ਤੇ ਆ, ਕੁਛ ਵੀ ਆ। ਉਸ ਲਈ ਆਪਾਂ ਪੜ੍ਹਿਆ ਹੀ ਨੀਗਾ ਕਿ ਤੁਹਾਨੂੰ ਲੀਜ਼ ਤੇ ਆ ਜਾਂ ਲੋਨ ਆ ਤੁਹਾਡਾ। ਤੇ ਹੁਣ ਜੀ। ਆਪਾਂ ਨੂੰ ਪਤਾ ਵੀ ਇੰਟਰਸਟ ਰੇਟ ਵੀ ਵਧਿਆ ਹੋਇਆ ਆ। ਨਹੀਂ, ਜਿਹੜੀਆਂ ਚੀਜ਼ਾਂ ਆਪਾਂ ਨੂੰ ਕੋਈ ਟਾਈਮ ਪੀਰੀਅਡ ਦਿੱਤਾ ਜਾਂਦਾ ਨਾ, ਉਹਦੇ 'ਚ ਤਾਂ ਉਹ ਇਹ ਹੈ ਕਿ ਅਗਲੇ ਨੂੰ ਤਾਂ ਹੁੰਦਾ ਕਿ ਮੇਰੇ ਆਪਦੇ ਬ੍ਰਾਂਡ ਦੇ ਪ੍ਰੋਡਕਟ ਤੇ ਭਰੋਸਾ, ਕਿ ਹੂੰ, ਬਈ ਮੇਰਾ ਜਿਹੜਾ ਬ੍ਰਾਂਡ ਆ ਜਾਂ ਮੇਰਾ ਜਿਹੜਾ ਪ੍ਰੋਡਕਟ ਹੈ, ਕਿਸੇ ਵੀ ਕਿਸਮ ਦਾ ਲਾ ਲਓ ਤੁਸੀਂ, ਉਹਦੇ ਤੇ ਮੈਨੂੰ ਇੰਨਾ ਕੁ ਮਾਣ ਹੈ ਕਿ ਜੇਕਰ ਮੇਰਾ ਗਾਹਕ ਵਰਤੂਗਾ ਤੇ ਮੈਨੂੰ ਇੰਨੇ ਕੁ ਉਹਦੇ ਤੇ ਮੈਨੂੰ ਉਹਦੀ ਕੁਆਲਿਟੀ ਤੇ ਯਕੀਨ ਹੈ ਕਿ ਉਹ ਉਹਨੂੰ ਵਰਤ ਕੇ ਸਿੱਟੂਗਾ ਨਹੀਂ ਜਾਂ ਉਹਦੇ ਤੋਂ ਸੈਟਿਸਫਾਈਡ ਹੋਊਗਾ। ਪਰ ਅਸੀਂ ਕੀ ਕਰਦੇ ਹਾਂ ਕਿ ਜਿੰਨੀ ਉਹਦੀ ਟਾਈਮ ਟਾਈਮ ਲਿਮਿਟ ਆ, ਹੁਣ ਉਹਨੇ ਤਾਂ ਦੇ ਦਿੱਤੀ ਕੌਨਫੀਡੈਂਸ ਦੇ ਵਿੱਚ ਕਿ ਭਾਈ ਤੁਸੀਂ ਆਹ ਚੀਜ਼ ਲਓ ਮੇਰੇ ਤੋਂ, ਮੈਂ ਆਹ ਚੀਜ਼ ਤੁਹਾਨੂੰ ਦਿੰਦਾ ਵਾਂ ਤੇ ਇਹਦੇ ਬਦਲੇ ਦੇ ਵਿੱਚ ਜਾਂ ਇਹਦੇ ਇਸ ਜੋ ਤੁਸੀਂ ਅਮਾਊਂਟ ਪੇ ਕਰ ਰਹੇ ਹੋ, ਜੋ ਤਾਰ ਰਹੇ ਹੋ, ਤੇ ਇਹਦੇ ਲਈ ਤੁਹਾਨੂੰ ਮੈਂ 60 ਦਿਨ ਜਾਂ 15 ਦਿਨ ਜਾਂ 20 ਦਿਨ ਤੁਹਾਨੂੰ ਮੈਂ ਐਕਸਟਰਾ ਦੇ ਰਿਹਾ ਵਾਂ ਕਿ ਤੁਸੀਂ ਇਸ ਚੀਜ਼ ਲਈ ਵਰਤੋ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜੇ 'ਚ ਕੋਈ ਗਲਤੀ-ਫਲਤੀ ਹੈ ਤਾਂ ਉਹ ਜਾਂ ਤੁਹਾਨੂੰ ਚੰਗਾ ਨਹੀਂ ਲੱਗਦਾ, ਤੁਸੀਂ ਸੈਟਿਸਫਾਈਡ ਨਹੀਂ, ਤਾਂ ਸਿੱਧੀ ਬਿਜ਼ਨਸ ਦੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਤੁਸੀਂ ਇਹਨੂੰ ਵਾਪਸ ਕਰ ਸਕਦੇ ਹਾਂ। ਪਰ ਅਸੀਂ ਕੀ ਬਣਾ ਲਿਆ ਉਸ ਚੀਜ਼ ਦਾ? ਅਸੀਂ ਬਣਾ ਲਿਆ ਉਸ ਚੀਜ਼ ਉਸ ਆਫਰ ਨੂੰ ਮੌਕਾ ਪ੍ਰਸਤੀ। ਕਿ ਹੂੰ। ਚੀਜ਼ ਲਈ, ਮੌਕਾ ਦੇਖਿਆ, ਉਸ ਤੋਂ ਬਾਅਦ ਉਹਨੂੰ ਜਿੱਦੇ ਸਾਡਾ ਮਨ ਭਰ ਗਿਆ ਕਿ ਨਹੀਂ ਇਹਨੂੰ ਤਾਂ ਲੱਦਣਾ ਕਰਨਾ ਸੌਖਾ ਹੀ ਆ, ਇਹਨੂੰ ਤਾਂ ਜਦੋਂ ਗਠੜੀ ਬੰਨੋ ਲੱਦ ਕੇ ਲੈ ਚੱਕ ਜਾਓ ਕੇ ਉੱਥੇ। ਦਿਓ, ਜੋ ਹਾਂਜੀ, ਗੰਦ ਮੰਦ ਆ ਉਹਨੂੰ ਲਪੇਟ ਕੇ ਤੁਸੀਂ ਦਿਓ। ਹਾਂਜੀ। ਲੋਕਾਂ ਨੇ ਹੂੰ। ਫਰਿੱਜਾਂ ਤੱਕ, ਬੈੱਡ ਤੱਕ ਵਰਤ-ਵਰਤ ਕੇ ਉਹ ਸਾਰਾ ਹੀ ਮਤਲਬ ਕਿ ਉਹ ਲੋਕ ਕੀ ਸੋਚਦੇ ਹੋਣਗੇ? ਜੀ, ਜੀ। ਕੀ ਸੋਚਦੇ ਹੋਣਗੇ ਕਿ ਇਹ ਤਾਂ ਜਿਹੜੇ ਆਹ ਬਿਸਤਰੇ ਹੁੰਦੇ ਆ, ਹੂੰ। ਉਹ ਟਾਵਲਸ, ਮਤਲਬ ਕਿ ਉਹ ਤੁਸੀਂ ਨਾ ਕਈ ਵਾਰੀ ਨਾ ਉਹਨਾਂ ਸਟੋਰਾਂ ਤੋਂ ਚੀਜ਼ਾਂ ਲੈਣ ਨੂੰ ਜੀ ਨਹੀਂ ਸੀ ਕਰਦਾ, ਹੂੰ, 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 ਵੀ ਹੂੰ। ਆਹ ਸ਼ਾਇਦ ਕਿਸੇ ਦਾ ਮੋੜਿਆ ਨਾ ਹੋਵੇ। ਹਾਂਜੀ, ਹਾਂਜੀ। ਚਲੋ ਉਹ ਵੱਡੇ ਸਟੋਰਾਂ ਵਾਲੇ ਤਾਂ ਨਹੀਂ ਰੱਖਦੇ, ਉਹਨਾਂ ਨੇ ਆਪਣਾ ਤਾਂ ਮੇਨਟੇਨ ਰੱਖਣਾ ਹੈ ਨਾ ਕੰਮ। ਹੂੰ, ਹੂੰ, ਹੂੰ। ਉਹ ਤਾਂ ਸ਼ਾਇਦ ਅਗਲੇ ਡੋਨੇਟ ਵੀ ਕਰ ਦਿੰਦੇ ਹੋਣਗੇ, ਜੇ ਕੋਈ ਹੂੰ। ਇਸ ਤਰ੍ਹਾਂ ਦਾ ਕਮਲਾ ਘਰ ਵੀ ਆਇਆ ਹੋਊਗਾ। ਜੀ, ਪਰ ਜਦੋਂ ਤੁਸੀਂ ਵੱਡੀਆਂ ਚੀਜ਼ਾਂ ਲੈਂਦੇ ਆ, ਜੀ। ਉਸ ਵੇਲੇ ਫਿਰ ਡਰਾਵਾ ਦੇ ਕੇ ਨਹੀਂ ਬਣਨਾ ਕੁਛ ਵੀ ਨਹੀਂ ਬਣਨਾ। ਹਾਂ ਹੁਣ ਚੀਜ਼ ਦੀ ਟੁੱਟ ਭੱਜ ਹੋ ਗਈ ਆ ਹੂੰ, ਹੂੰ। ਤੇ ਹੁਣ ਤੁਸੀਂ ਮੋੜ ਲਓ ਸਾਡੇ ਤੋਂ। ਹੂੰ। ਜੇ ਜਾਂ ਤੁਸੀਂ ਇੱਕ ਅੱਧੀ ਲਾਈਨ ਨਾ ਉੱਥੇ ਐਡ ਕਰਕੇ ਆਇਆ ਕਰੋ, ਜੀ। ਸਾਈਨ ਕਰਨੇ ਆ ਜਦੋਂ, ਹੂੰ, ਹੂੰ। ਵੀ ਆਹ ਆਪਾਂ ਐਂ ਕਰਨੀ ਆ, ਜੀ। ਜੇ ਚੀਜ਼ ਕੱਲ ਇਹ ਨੂੰ ਟੁੱਟ, ਇਸ ਗੱਲ ਦੀ ਸੰਭਾਵਨਾ ਰੱਖੋ ਵੀ ਰੌਲਾ ਪੈ ਸਕਦਾ। ਹਾਂ, ਹੂੰ, ਹੂੰ। ਪਹਿਲਾਂ ਹੀ ਸੰਭਾਵਨਾ ਰੱਖੋ ਜੀ। ਹਾਂਜੀ, ਹਾਂ, ਬਿਲਕੁਲ ਆਪਾਂ ਪਰ ਤਾਂ ਤੁਹਾਨੂੰ ਦੱਸਦੇ ਵੀ ਗੱਡੀ ਇੱਕ ਵਾਰੀ ਨਿਕਲੀ ਨਹੀਂ ਉੱਥੋਂ, ਹੂੰ। ਤੁਹਾਨੂੰ ਉੱਥੇ ਟਰਾਈ ਦਿੰਦੇ ਆ। ਉਸ ਵੇਲੇ ਦੇਖੋ ਪਹਿਲੀ ਵਾਰ ਤਾਂ ਕੁਛ ਨਹੀਂ ਪਤਾ ਲੱਗਦਾ। ਜੀ, ਜੀ। ਜਿਸ ਵੇਲੇ ਨਾ ਲੋਕੀ ਵਿਆਹ ਕਰਦੇ ਆ, ਇਹ ਗੱਲ ਮਿਲਦੀ ਤਾਂ ਨਹੀਂ ਪਰ ਵਿਆਹ ਕਰਦੇ ਆ, ਹਾਂਜੀ। ਕਹਿੰਦੇ ਦੇਖਦੇ ਆ, ਹੂੰ, ਹੂੰ। ਮੁੰਡਾ ਕੰਮ ਕਰਦਾ, ਹੂੰ, ਹੂੰ। ਠੀਕ ਆ, ਉੱਚਾ ਲੰਬਾ ਸੋਹਣਾ ਆ, ਹੂੰ, ਹੂੰ। ਕੁੜੀ ਉੱਚੀ ਲੰਬੀ ਆ, ਸੋਹਣੀ ਆ, ਵਿਆਹ ਹੋ ਹੂੰ, ਗਿਆ। ਹੂੰ। ਉਹ ਫਿਰ ਵਰਤ ਕੇ ਪਤਾ ਲੱਗ ਫਿਰ ਰਾਹ ਪੈ ਜਾਣਗੇ ਜਾਂ ਵਾਹ ਪੈ ਹਾਂ, ਜਾਣਗੇ। ਵਰਤ ਕੇ ਪਤਾ ਲੱਗ ਨਾ ਏਦਾਂ ਹੀ ਚੀਜ਼ਾਂ ਆ। ਹਾਂਜੀ। ਉਹ ਫਿਰ ਜਦੋਂ ਚੀਜ਼ਾਂ ਪੁਰਾਣੀਆਂ ਹੁੰਦੀਆਂ ਉਹਨਾਂ ਦਾ ਫਿਰ ਕੰਮ ਘੱਟ ਗਿਆ। ਜੇ ਤੁਸੀਂ ਕੋਈ ਚੀਜ਼ ਲੀਜ਼ ਤੇ ਲਈ ਆ, ਹਾਂਜੀ। ਆਪਾਂ ਤੁਸੀਂ ਦੇਖ ਲਓ ਟਰਾਲਾ ਹੀ ਲਿਆ ਆ ਜਾਂ ਤੁਸੀਂ ਹੂੰ, ਟਰੱਕ ਲਿਆ ਆ, ਹੂੰ। ਹਨਾ? ਤੁਸੀਂ ਤਾਂ ਏਦਾਂ ਕਰਕੇ ਲੈ ਲਿਆ ਵੀ ਹਾਂ ਕੋਈ ਗੱਲ ਨਹੀਂ, ਜਦੋਂ ਫਿਰ ਨਹੀਂ ਕੰਮ ਚੱਲਿਆ ਮੋੜ ਦਾਂਗੇ, ਜਿਲੇ ਮੋੜਨ ਚਲੇ ਗਏ ਅਸੀਂ, ਜੀ, ਜੀ। ਅਗਲਾ ਕਹਿੰਦਾ ਇੱਧਰ ਆਓ ਪਹਿਲਾਂ ਪੇਪਰ ਵਰਕ ਦੇਖੀਏ। ਹੂੰ। ਹਾਂ, ਤੇ ਉਸ ਵੇਲੇ ਸਾਨੂੰ ਇਹ ਹੁੰਦਾ ਵੀ ਸ਼ਾਇਦ ਦੁਨੀਆ ਉਲਟ ਪੁਲਟ ਜਾਣੀ ਆ, ਜੇ ਮੇਰੇ ਕੋਲ ਆਹ ਚੀਜ਼ ਨਾ ਹੋਈ ਨਾ ਤੇ ਸ਼ਾਇਦ ਪਤਾ ਨਹੀਂ ਕਿੰਨਾ ਨੇਰ ਪੈ ਜਾਣਾ ਹੈ। ਹਾਂਜੀ, ਕਈ ਵਾਰੀ ਸਾਨੂੰ ਕਈ ਆਫਰ ਸੁਣ ਕੇ ਨਾ ਅਸੀਂ ਭਰਮਾ ਜਾਂਦੇ ਹਾਂ। ਸਾਨੂੰ ਲੱਗਦਾ ਕਿ ਸ਼ਾਇਦ ਇਹ ਮੁਫ਼ਤ ਚੀਜ਼ ਮਿਲ ਰਹੀ ਹੈ ਤੇ ਸਾਡੇ ਬੰਦੇ ਨੂੰ ਸ਼ਾਇਦ ਸਮਝ ਨਹੀਂ ਆ ਰਿਹਾ ਕਿ ਉਹ ਕਿਵੇਂ ਕਾਰੋਬਾਰ ਕਰੇ। ਪਰ ਜਿਹੜਾ ਬੰਦਾ ਹੂੰ, ਕਾਰੋਬਾਰੀ ਹੈ ਨਾ, ਉਹ ਕਾਰੋਬਾਰੀ ਹੈ। ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇ ਦਿੰਦਾ ਇੱਥੇ। ਮੇਰਾ ਕੋਈ ਦੋਸਤ ਸੀਗਾ ਤੇ ਉਹਨੇ ਸੁਣ ਲਿਆ ਕਿਸੇ ਤੋਂ ਕਿ ਬਈ ਤੁਸੀਂ ਥੋੜ੍ਹੀ ਜਿਹੀ ਅਮਾਊਂਟ ਦੇ ਕੇ ਤੇ ਕੰਬਾਈਨ ਨਵੀਂ ਲੈ ਸਕਦੇ ਆ। ਮਤਲਬ ਹੂੰ, ਬਾਕੀ ਪੈਸੇ ਤੁਸੀਂ ਸੀਜ਼ਨ ਲਾ ਕੇ ਦੇ ਦਿਓ ਜਾਂ ਜੋ ਵੀ ਪੈਂਫਲੇਟ ਤੇ ਸੀਗਾ ਕਿ ਇੰਨੇ ਪੈਸੇ ਦਿਓ ਤੇ ਨਵੀਂ ਕੰਬਾਈਨ ਲੈ ਜਾਓ। ਚਲੋ ਉਹ ਵਿਚਾਰਾ ਗਿਆ, ਉਦੋਂ ਹੰਢਾਏ ਬਣਦੀਆਂ ਹੁੰਦੀਆਂ ਸੀ ਕੰਬਾਈਨ, ਅੱਜ ਵੀ ਬਣਦੀਆਂ ਨੇ ਕਾਫੀ ਉੱਥੇ ਕੰਪਨੀਆਂ ਨੇ ਬਣਾਉਣ ਵਾਲੀਆਂ, ਮੈਨੂਫੈਕਚਰਿੰਗ ਕਰਦੀਆਂ ਨੇ ਕੰਬਾਈਨਾਂ ਦੀ। ਉਹ ਕਹਿੰਦੇ ਹਾਂਜੀ ਅਸੀਂ ਪੈਂਫਲੇਟ ਜਿਹੜੇ ਸਾਡੇ ਸਹੀ ਆ ਉਹ ਦਿੱਤੇ ਹੋਏ ਆ ਤੇ ਅਸੀਂ ਠੀਕ ਹੈ ਤੁਸੀਂ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਤੇ ਕੰਬਾਈਨ ਲੈ ਜਾਓ। ਤੇ ਉਹਨੇ ਵੀ ਨਾ ਪੁੱਛਿਆ, ਮੇਰੇ ਵਾਂਗੂ ਕਾਹਲਾ ਸੀਗਾ ਕਿ ਬਈ ਹੋਰ ਕੋਈ ਕਾਗਜ਼ ਪੱਤਰ, ਕੋਈ ਹੋਰ ਤਰ੍ਹਾਂ ਦਾ ਜਿਹਦੇ ਨਾਲ ਤੁਹਾਨੂੰ ਲੱਗੇ ਕਿ ਬੰਦਾ ਵਾਕਈ ਇਹ ਜੈਨੂਨ ਹੈ ਜਾਂ ਪੈਸੇ ਮੋੜੂਗਾ। ਉਹਨਾਂ ਦੇ ਭਾਣੇ ਤੇ ਇਹ ਨਾ ਕਿ ਬੰਦਾ ਚਲੋ ਜਿਹੜਾ ਕੋਈ ਆਇਆ ਚੀਜ਼ ਲੈਣ, ਨਵਾਂ ਸੰਦ ਲੈਣ, ਉਹ ਪ੍ਰੀਪੇਅਰ ਹੋ ਕੇ ਆਇਆ। ਚਲੋ ਉਹਨੇ ਚੱਕੇ ਪੈਸੇ 60-70 ਹਜ਼ਾਰ ਰੁਪਈਆ, ਫੜਿਆ ਆੜਤੀਏ ਤੋਂ, ਪਾਏ ਝੋਲੇ 'ਚ ਤੇ ਮਿੱਥੇ ਦਿਨ ਤੇ ਚਲਾ ਗਿਆ। ਉਹ ਕਹਿੰਦੇ ਜੀ ਠੀਕ ਹੈ ਸਾਈਨ ਸੂਨ ਕਰ ਲਏ। ਕਹਿੰਦੇ ਜੀ ਲਿਆਓ ਬੈਂਕ ਗਰੰਟੀ ਲਿਆਓ। ਉਹ ਕਹਿੰਦਾ ਬੈਂਕ ਗਰੰਟੀ ਕਾਹਦੀ? ਹੂੰ, ਉਹ ਕਹਿੰਦੇ ਜੀ ਤੁਹਾਨੂੰ ਅਸੀਂ ਕੰਬਾਈਨ ਦੇਣੀ ਹੈ
ਤੇ ਕਹਿੰਦਾ ਹਾਂ, ਹਾਂ ਤੁਸੀਂ ਪੈਂਫਲੇਟ ਤੇ ਤਾਂ ਕਿਹਾ ਸੀਗਾ ਵੀ ਤੁਸੀਂ 70,000 ਡਾਊਨ ਪੇਮੈਂਟ ਕਰੋ ਤੇ ਨਵੀਂ ਕੰਬਾਈਨ ਘਰੇ ਲੈ ਜਾਓ। ਉਹ ਕਹਿੰਦੇ ਹਾਂ ਹੂੰ, ਅਸੀਂ ਕਦੋਂ ਮੁੱਕਰੇ ਆ? ਹਾਂ, ਅਸੀਂ ਤਾਂ ਨਹੀਂ ਦੇਣ ਤੋਂ ਮੁੱਕਰੇ ਪਰ ਬੈਂਕ ਗਾਰੰਟੀ ਤਾਂ ਦਿਓ। ਉਹ ਕਹਿੰਦੇ ਇਹ ਕਿਹੜੀ ਸ਼ੈ ਆ? ਇਹ ਕਹਿੰਦਾ ਭਰਾਵਾ ਇਹ ਉਹ ਸ਼ੈ ਆ ਵੀ ਅਸੀਂ ਤੈਨੂੰ ਨਹੀਂ ਜਾਣਦੇ। ਪਰ ਤੇਰੇ ਹਾਂ, ਖਾਤੇ 'ਚ ਬੈਂਕ ਕਵੇ ਜਾਂ ਬੈਂਕ ਇਹ ਗਾਰੰਟੀ ਦੇਵੇ ਕਿ ਵਾक़ਈ ਇਹ ਬੰਦਾ ਸਹੀ ਹੈ ਤੇ ਇੰਨੇ ਪੈਸੇ ਤਾਰਨ ਜੋਗਾ ਵਾ। ਉੱਥੇ ਜਾ ਹਾਂ, ਕੇ ਗੱਲ ਇਹ ਨਿਕਲੀ, ਗੁਆਂਢੀਆਂ ਨੂੰ ਸੱਦੀ ਬੈਠਾ ਘਰੇ, ਸਾਰਾ ਕੁਛ ਲਿਆਈ ਬੈਠਾ, ਕੀ ਨਾਰੀਅਲ, ਕੀ ਲੱਡੂ ਤੇ ਬੈਂਕ ਗਰੰਟੀ ਵਾਲੀ ਕਿਸੇ ਕੋਲ ਗੱਲ ਹੀ ਨਾ ਖੋਲੀ। ਚਲੋ ਉਹ ਕਈ ਵਾਰੀ ਆਪਣਾ ਸਮਾਜ ਕੁਛ ਇਸ ਤਰ੍ਹਾਂ ਦਾ ਕਿ ਪੜਦੇ ਰਹਿ ਜਾਂਦੇ ਆ, ਬੰਦੇ ਖੜ ਜਾਂਦੇ ਆ ਜਾਂ ਉਹ ਗਰੰਟੀਆਂ ਦੇ ਦਿੰਦੇ ਆ ਜਾਂ ਕਈ ਵਾਰੀ ਜੇ ਜ਼ਿਮੀਂਦਾਰ ਆ ਤਾਂ ਆੜ੍ਹਤੀਆ ਵੀ ਕਈ ਵਾਰੀ ਕਹਿ ਦਿੰਦਾ ਕਿ ਮੈਂ ਗਰੰਟੀ ਦੇ ਦਿੰਦਾ ਜਾਂ ਮੈਂ ਤੇਰੇ ਖਾਤੇ 'ਚ ਇੰਨੇ ਪੈਸੇ ਪਾ ਦੇਣਾ, ਤੂੰ ਉਹਨਾਂ ਨੂੰ ਕਹਿ ਦੇ ਕਿ ਮੇਰੇ ਕੋਲ ਇੰਨੀ ਹੈ। ਪਰ ਫਿਰ ਵੀ ਕਈ ਫਾਰਮੈਲਿਟੀਆਂ ਨੇ, ਬੈਂਕ ਕਹਿੰਦਾ ਕਿ ਹਾਂ ਇੰਨੇ ਪੈਸੇ ਹੈਗੇ। ਬੈਂਕ ਗਰੰਟੀ ਦਾ ਮਤਲਬ ਇਹ ਹੈ ਤੁਸੀਂ ਅਕਾਊਂਟ 'ਚ ਪੈਸੇ ਪਾਓਗੇ ਫਿਰ ਬੈਂਕ ਤੁਹਾਡੇ ਨਾਂ ਤੇ ਗਰੰਟੀ ਇਸ਼ੂ ਕਰਦਾ ਕਿ ਬਈ ਆਹ ਚੱਕੋ, ਇਹ ਸਾਡੇ ਕੋਲੇ ਇੰਨੀ ਅਮਾਊਂਟ ਹੈਗੀ ਆ, ਜੇ ਬੰਦਾ ਤੁਹਾਡੇ ਨਾਲ ਆਨੀ-ਕਾਨੀ ਕਰਦਾ ਤੇ ਤੁਸੀਂ ਇਹ ਅਮਾਊਂਟ ਕਢਾ ਸਕਦੇ, ਤੁਸੀਂ ਹੱਕਦਾਰ ਆ। ਹੁਣ ਉਸ ਤੋਂ ਬਾਅਦ ਪਤਾ ਲੱਗਿਆ ਕਿ ਬਈ ਇਹ ਚੀਜ਼ਾਂ ਦੇ ਵਿੱਚ ਬੈਂਕ ਗਰੰਟੀਆਂ ਵੀ ਆਉਂਦੀਆਂ। ਇਸੇ ਤਰ੍ਹਾਂ ਸਾਨੂੰ ਬਹੁਤ ਵਾਰ ਜਦੋਂ ਸਾਨੂੰ ਪਹਿਲੀ ਨਿਗਾਹ ਦੇ ਵਿੱਚ ਅਸੀਂ ਚੀਜ਼ਾਂ ਨੂੰ ਦੇਖਦੇ ਹਾਂ ਨਾ, ਸਾਨੂੰ ਲੱਗਦਾ ਕਿ ਇਹ ਸ਼ਾਇਦ ਬੰਦੇ ਨੂੰ ਸੋਝੀ ਨਹੀਂ ਹੈ, ਇਹਨੂੰ ਪਤਾ ਨਹੀਂ ਗਾ, ਇਹਦੇ ਨਾਲ ਐਂ ਵੀ ਕਰ ਸਕਦੇ ਆ। ਪਰ ਜਦੋਂ ਅਸਲ ਦੇ ਵਿੱਚ ਅਸੀਂ ਜਾਂਦੇ ਹਾਂ, ਸਾਡਾ ਵਾਹ ਪੈਂਦਾ ਤੇ ਉਹਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਹੈ ਕਿ ਕਾਨੂੰਨੀ ਆਧਾਰ ਤੇ ਉਹ ਬੰਦਾ ਸਹੀ ਹੁੰਦਾ। ਉਹਨੇ ਤੁਹਾਡੇ ਹੱਥ ਵੱਢ ਲੈਣੇ ਜਾਂ ਕਹਿ ਲਓ ਕਿ ਤੁਹਾਨੂੰ ਉਸ ਚੀਜ਼ ਦੇ ਵਿੱਚ ਐਜ਼ ਏ ਗਰੰਟਡ ਰੱਖ ਲੈਣਾ ਕਿ ਤੁਸੀਂ ਜਿਹੜੀ ਕਮਿਟਮੈਂਟ ਕਰ ਰਹੇ ਹੋ ਅੱਜ, ਚਾਹੇ ਉਹ ਤੁਹਾਡੇ ਭਾਣੀ ਜ਼ਬਾਨੀ ਹੋ ਸਕਦੀ ਹੈ, ਤੁਹਾਡੇ ਭਾਣੀ ਲਿਹਾਜ਼ ਹੋ ਸਕਦੀ ਹੈ, ਪਰ ਉਹਦਾ ਪੇਪਰ ਵਰਕ ਸਹੀ ਹੈ। ਉਹ ਆਪਣੇ ਪੇਪਰ ਵਰਕ 'ਚ ਗਲਤ ਨਹੀਂ ਗਾ। ਉਹ ਜੋ ਕਾਨੂੰਨੀ ਨੁਕਤੇ ਦੇ ਆਧਾਰ ਤੇ ਜੇ ਤੁਸੀਂ ਕੱਲ੍ਹ ਨੂੰ ਰੌਲਾ ਵੀ ਪਾਓਗੇ ਕਿ ਅਦਾਲਤ 'ਚ ਕੰਮ ਗਿਆ ਤਾਂ ਤੁਹਾਨੂੰ ਉੱਥੇ ਗਲਤ ਸਾਬਿਤ ਕਰੂਗਾ। ਕਿਉਂਕਿ ਤੁਸੀਂ ਉੱਥੇ ਸਹਿਮਤੀ ਪ੍ਰਗਟਾਈ ਆ ਆਪਦੇ ਸਾਈਨ ਦੇ ਕੇ ਜਾਂ ਆਪਦੀ ਹਲਫ਼ਨਾਮਾ ਦੇ ਕੇ, ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਦੇਸ਼ ਦੇ ਰਿਕਾਰਡਿੰਗ ਜੋ ਵੀ ਡਾਕੂਮੈਂਟ ਚੱਲਦਾ ਕਿਤੇ ਵੀ ਚੱਲਦਾ, ਤਾਂ ਉਹ ਦੇ ਕੇ ਤੁਸੀਂ ਕਿਹਾ ਕਿ ਮੈਂ ਬਈ ਹੋਸ਼ੋ-ਹਵਾਸ ਦੇ ਵਿੱਚ ਮੈਂ ਆਪਣੀ ਪੂਰੀ ਸੁਰਤ ਦੇ ਵਿੱਚ ਇਹ ਕੰਟਰੈਕਟ, ਇਹ ਗੱਲ, ਇਹ ਸਾਈਨ ਕਰਨ ਲੱਗਾ ਵਾਂ ਤੇ ਇਹਦੇ ਲਈ ਮੈਂ ਜ਼ਿੰਮੇਵਾਰ ਹਾਂ। ਹੁਣ ਉੱਥੇ ਤਾਂ ਆਪਾਂ ਹਲਫ਼ਨਾਮਾ ਕਹਿ ਦਿੰਦੇ ਹਾਂ ਇਸ ਚੀਜ਼ ਨੂੰ, ਪਰ ਬਾਅਦ ਦੇ ਵਿੱਚ ਜਦੋਂ ਸਾਨੂੰ ਲੱਗਦਾ ਉਹ ਸਾਨੂੰ ਲੱਗ ਰਿਹਾ ਹੁੰਦਾ ਹੈ, ਸਾਲ 6 ਮਹੀਨਿਆਂ ਬਾਅਦ ਕਿ ਸਾਡੇ ਨਾਲ ਤਾਂ ਜੀ ਫਰਾਡ ਹੋ ਗਿਆ। ਹੁਣ ਉਹ ਸਾਡੇ ਐਂਗਲ ਤੋਂ ਫਰਾਡ ਲੱਗਦਾ ਹੈ ਕਿ ਕਾਨੂੰਨ ਨੂੰ ਵੀ ਫਰਾਡ ਲੱਗਦਾ ਹੈ। ਇਹ 2 ਗੱਲਾਂ ਡਿਫਰੈਂਟ ਨੇ। ਜੀ। ਜੀ, ਜੀ, ਬਿਲਕੁਲ ਇੱਥੇ ਦੇਖੋ ਤੁਹਾਨੂੰ ਦੱਸੀਏ ਕਿ ਅਮਰੀਕਾ ਦੇ ਵਿੱਚ ਤੁਸੀਂ ਕਈ ਵਾਰੀ ਸੁਣਿਆ ਹੋਊਗਾ ਜਿਹੜੇ ਚਿਰਾਂ ਦੇ ਆਏ ਆ, ਜੀ, ਜੀ। ਪੜ੍ਹਿਆ ਹੋਊਗਾ ਕਿ ਪੇਪਰਲੈਸ, ਹਾਂਜੀ, ਹਾਂਜੀ। ਪੇਪਰਲੈਸ ਕੁਛ ਨਹੀਂ ਹੈਗਾ ਇੱਥੇ। ਹੂੰ। ਪੇਪਰਲੈਸ ਕੁਛ ਨਹੀਂ, ਜਦੋਂ ਤੁਸੀਂ ਕੋਰਟ ਕਚਹਿਰੀ ਜਾਣਾ, ਕਿਤੇ ਵੀ ਜਾਣਾ ਆ ਨਾ, ਜੀ। ਤੁਹਾਨੂੰ ਪੇਪਰ ਚਾਹੀਦੇ ਚਾਹੀਦੇ ਆ। ਤੁਹਾਨੂੰ ਹੂੰ। ਪੇਪਰ ਤੇ ਸਾਈਨ ਚਾਹੀਦੇ ਆ। ਜਿੱਥੇ ਤੁਸੀਂ ਸਾਈਨ ਕੀਤੇ, ਹਲਫ਼ਨਾਮਾ ਦਿੱਤਾ ਹੋਇਆ ਆ ਨਾ, ਹੂੰ, ਹੂੰ। ਉਹ ਤੁਹਾਨੂੰ ਚਾਹੀਦਾ ਹੀ ਚਾਹੀਦਾ ਆ। ਕਿਉਂਕਿ ਬਹੁਤੀ ਵਾਰੀ ਸਾਨੂੰ ਇਹੀ ਕਾਲਸ ਆਉਂਦੀਆਂ, ਇਦਾਂ ਦੀਆਂ ਹੀ ਆਉਂਦੀਆਂ। ਜੀ, ਜੀ। ਕਿਉਂਕਿ ਉਹ ਹਰ ਇੱਕ ਅਸੀਂ ਉਹ ਕੁਛ ਨਹੀਂ ਕਰ ਸਕਦੇ ਜੋ ਤੁਸੀਂ ਚਾਹੁੰਦੇ ਆ ਕਿ ਫਲਾਣੇ ਦਾ ਆਹ ਕਰ ਦਈਏ, ਫਲਾਣੀ ਕੰਪਨੀ ਨੂੰ ਇਹ ਕਹਿ ਦਈਏ ਜਾਂ ਉਹ ਕਹਿ ਦਈਏ। ਕਿਉਂਕਿ ਉੱਥੇ ਸਾਡਾ ਵੀ ਥੋੜ੍ਹਾ ਜਿਹਾ ਜਦੋਂ ਆਪਾਂ ਬਿਜ਼ਨਸ ਕਰਦੇ ਆ ਨਾ, ਥੋੜ੍ਹਾ ਫਰਜ਼ ਆਪਣਾ ਵੀ ਬਣਦਾ ਹੈ ਹਾਂਜੀ, ਹਾਂਜੀ, ਬਿਲਕੁਲ। ਵੀ ਆਪਾਂ ਵੀ ਆਲਾ-ਦੁਆਲਾ ਦੇਖੀਏ। ਆਪਾਂ ਇੱਕ ਫ਼ੋਨ ਦੀਆਂ ਜਿਹੜੀਆਂ ਫਰੋਡ ਕਾਲਾਂ ਆ, ਉਹ ਵੀ ਬਹੁਤ ਸਾਰਾ ਕੁਛ ਨਵਾਂ ਚੱਲਿਆ ਆ, ਹੂੰ, ਉਸ ਦੀ ਵੀ ਗੱਲ ਕਰਾਂਗੇ। ਪਰ ਆਹ ਜਿਹੜਾ ਤੁਸੀਂ ਕੋਈ ਚੀਜ਼ਾਂ ਦੀ ਖਰੀਦੋ-ਫਰੋਖਤ ਕਰਦੇ ਆ ਨਾ, ਹੂੰ। ਉੱਥੇ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਅੱਖਾਂ ਖੋਲ ਕੇ ਚੱਲੋ। ਆਪਣੇ ਜਿੱਥੇ ਵੀ ਤੁਹਾਡਾ ਕੋਈ ਹੈਗਾ ਆ, ਕੁਛ ਲੈਣ-ਦੇਣ ਆ, ਤੁਸੀਂ ਕਿਸੇ ਨੂੰ ਵਕੀਲ ਨੂੰ ਹੱਥਾਂ 'ਚ ਰੱਖੋ। ਕੋਈ ਗੱਲ ਨਹੀਂ, $300-400 ਲੈ ਵੀ ਲਊਗਾ ਅਗਲਾ। ਹੂੰ, 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 ਤੁਹਾਡਾ ਹੂੰ। ਪੇਪਰ ਪਾ ਤਾਂ ਸਿੱਧੇ ਪੜ੍ਹ ਕੇ ਦੱਸ ਦਊਗਾ ਨਾ ਵੀ ਇਹਦੇ ਵਿੱਚ ਆਹ ਘੁੰਡੀਆਂ ਆ। ਹੂੰ। ਉਹ ਘੁੰਡੀਆਂ ਨੂੰ ਜ਼ਰੂਰ ਜਾਣੋ। ਹੂੰ, ਪਰ ਜੀ, ਜੀ। ਬੇਸ਼ੱਕ ਤੁਸੀਂ ਇਨਵੈਸਟ ਕਰ ਰਹੇ ਆ, $15,000 ਹੀ ਇਨਵੈਸਟ ਕਰ ਰਹੇ ਆ ਜਾਂ 10,000 ਕਰ ਰਹੇ ਆ, ਹੂੰ। ਕਿੰਨਾ ਵੀ ਕਰ ਰਹੇ ਆ, ਉਹ ਪਹਿਲਾਂ ਨਹੀਂ ਤੁਹਾਨੂੰ ਚੁੱਭਣਾ $300-400। ਜੀ। ਜਿਹਨੂੰ ਐਗਜ਼ੈਕਟਲੀ ਪਤਾ ਆ ਬੰਦੇ ਨੂੰ ਪੇਪਰਾਂ ਦਾ, ਹਨਾ, ਉਹ ਹੂੰ। ਨਹੀਂ ਵੀ ਮੇਰੇ ਫਰੈਂਡ ਨੇ ਕਿਹਾ ਸੀ ਕੋਈ ਨਹੀਂ ਕਰ ਲਾ, ਮੇਰੇ ਚਾਚੇ ਨੇ ਕਿਹਾ ਸੀ, ਮੇਰੇ ਮਾਮੇ ਨੇ ਕਿਹਾ ਸੀਗਾ, ਏਦਾਂ ਨਹੀਂ ਹੈਗਾ। ਜੀ, ਜੀ, ਬਿਲਕੁਲ, ਬਿਲਕੁਲ। ਤੁਸੀਂ ਆਪ ਕਰਨਾ ਬਿਜ਼ਨਸ ਕੋਈ, ਜਾਂ ਤੁਸੀਂ ਇਸ ਕੰਟਰੀ ਦੇ ਵਿੱਚ ਨਵੇਂ ਆ ਹੂੰ, ਜਾਂ ਹੂੰ। ਤੁਸੀਂ ਪੁਰਾਣੇ ਆ। ਹੋ ਜਾਂਦਾ ਧੋਖਾ, ਬਹੁਤ ਪੜ੍ਹੇ ਲਿਖਿਆਂ ਨਾਲ ਵੀ ਧੋਖਾ ਹੋ ਜਾਂਦਾ ਹੈ। ਹੂੰ। ਬਹੁਤੇ ਲੋਕਾਂ ਨਾਲ ਦੇਖਿਆ ਵੀ ਤੂੰ ਪੜ੍ਹਿਆ ਲਿਖਿਆ ਸੀਗਾ, ਤੂੰ ਨਹੀਂ ਪੜ੍ਹਿਆ, ਜੀ। ਬਸ ਕਹਿੰਦਾ ਵੀ ਟਾਈਮ ਹੀ ਏਦਾਂ ਦਾ ਸੀਗਾ ਅੱਖਾਂ ਕਿ ਮੂਹਰੇ ਆਪਾਂ ਹਨੇਰਾ ਆ ਪੜ੍ਹੇ, ਗਿਆ। ਅੱਖਾਂ ਹੂੰ, ਮੁਹਰੇ ਹਨੇਰ ਆ ਗਿਆ ਸਾਡੇ, ਹੂੰ। ਤੇ ਮੇਰੇ ਤੋਂ ਦੇਖਿਆ ਨਹੀਂ ਗਿਆ। ਤੁਸੀਂ ਇਹਨਾਂ ਚੀਜ਼ਾਂ ਤੇ ਧੋਖੇ ਨਾ ਖਾਵੋ। ਜੇ ਤੁਸੀਂ ਬਿਜ਼ਨਸ ਕਰਨਾ ਆ, ਆਪਾਂ ਜਿਨ੍ਹਾਂ ਕੰਟਰੀਆਂ ਦੇ ਵਿੱਚ ਰਹਿੰਦੇ ਆ, ਆਪਾਂ ਇਸ ਤਰ੍ਹਾਂ ਨਾ ਕਰੀਏ। ਜੀ। ਆਪਾਂ ਆਪਣਾ ਜਿਹੜਾ ਨਾ ਪਾਸਾ ਆ ਸੰਭਾਲ ਕੇ ਰੱਖਣਾ ਆ, ਤੇ ਫਿਰ ਆਪਾਂ ਨੂੰ ਕੁਛ ਨਾ ਕੁਛ ਜਿਹੜਾ ਆ ਇੱਧਰ ਵੀ ਧਿਆਨ ਦੇਣ ਦੀ ਲੋੜ ਆ। ਕੰਪਨੀਆਂ ਵੀ ਧੋਖੇ ਕਰਦੀਆਂ ਆ, ਬੰਦੇ ਵੀ ਧੋਖੇ ਕਰਦੇ ਆ। ਇਹ ਜ਼ਰੂਰੀ ਨਹੀਂ ਕਹਿਣ ਦੀ ਲੋੜ ਵੀ ਹਾਂ ਨਹੀਂ ਜੀ ਆਪਣੇ ਹੀ ਕਰਦੇ ਆ।
ਸਾਰੇ ਕਰਦੇ ਆ। ਹੂੰ, ਮੈਂ ਤੁਹਾਨੂੰ ਦੱਸਦੀ ਹਾਂ ਵੀ ਗੋਰਿਆਂ ਦੀ ਗੱਲ ਦੱਸੀ ਆ ਹੂੰ। ਵੀ ਜੀ। ਟਰੱਕ ਕਰਾਏ ਲੋਕਾਂ ਨੇ, ਟ੍ਰੇਲਰ ਕਰਾਏ ਲੋਕਾਂ ਨੇ, ਹੂੰ, ਪਤਾ ਹੂੰ। ਨਹੀਂ ਕਿੰਨੇ ਕੁ ਲੋਕ ਸੀਗੇ ਉਹ ਜਿਹੜੇ ਵਿੱਚ ਫਸ ਗਏ ਉਹਨਾਂ ਚੀਜ਼ਾਂ ਦੇ, ਹਾਂਜੀ। ਬਹੁਤ। ਤੇ ਉਹ ਦੇਖ ਲਓ ਵੀ ਏਦਾਂ ਹੋ ਹੀ ਜਾਂਦਾ ਆ, ਪਰ ਤੁਸੀਂ ਵੀ ਬਹੁਤ ਜ਼ਰੂਰੀ ਅੱਖਾਂ ਖੋਲ ਕੇ ਚੱਲੋ, ਅਮਰੀਕਾ ਦੇ ਵਿੱਚ ਰਹਿਣਾ ਆ ਤੇ ਨਹੀਂ ਪਰ ਆਪਾਂ ਹੁਣ ਜੀ, ਬਿਲਕੁਲ ਜੀ, ਬਲਵਿੰਦਰ ਕੌਰ ਜੀ, ਹੋ ਕਿਤੇ ਵੀ ਸਕਦਾ ਧੋਖਾ, ਆਪਾਂ ਜੀ, ਇਸ ਗੱਲ ਤੋਂ ਭੱਜਦੇ ਨਹੀਂ, ਪਰ ਕਿਉਂਕਿ ਇਹ ਸ਼ੋਅ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਆਪਣੇ ਹੀ ਲੋਕ ਆਪਣਿਆਂ ਦੇ ਵਿਰੁੱਧ ਹੀ ਜੀ, ਸ਼ਿਕਾਇਤਾਂ ਦਿੰਦੇ ਨੇ, ਮਤਲਬ ਸ਼ਿਕਾਇਤਾਂ ਲਾ ਲਓ ਜਾਂ ਉਹਨਾਂ ਨੂੰ ਕਹਿੰਦੇ ਲਾਂਭੇ ਲਾ ਲਓ, ਗਿਲੇ ਸ਼ਿਕਵੇ ਕਿ ਭਾਈ ਫਲਾਂ ਬੰਦੇ ਨੇ ਸਾਡੇ ਨਾਲ ਇਦਾਂ ਕੀਤਾ ਵਾ। ਉਹ ਇਸ ਕਰਕੇ ਸਾਨੂੰ ਗੱਲ ਕਰਨੀ ਪੈ ਰਹੀ ਹੈ ਆਪਣੇ ਸੰਦਰਭ ਦੇ ਵਿੱਚ। ਹ ਮਤਲਬ ਹਰ ਤਰ੍ਹਾਂ ਦਾ ਬੰਦਾ ਕਹਿ ਲਓ ਜਾਂ ਹਰ ਤਰ੍ਹਾਂ ਦਾ, ਚਾਹੇ ਕਮਿਟਮੈਂਟ ਤੇ ਨਾ ਖੜਨ ਵਾਲਾ, ਪੇਪਰ ਵਰਕ 'ਚ ਧੋਖਾ ਦੇਣ ਵਾਲਾ, ਫਰੋਡ ਕਰਨ ਵਾਲਾ, ਉਹ ਹਰ ਥਾਂ ਹੀ ਆ। ਉਹ ਕਿਤੇ ਵੀ ਤੁਸੀਂ ਜੋ ਵੀ ਆ, ਉਹਦੇ ਰੂਪ ਵੱਖੋ-ਵੱਖ ਹੋ ਸਕਦੇ ਆ। ਉਹਦਾ ਕੰਮਕਾਰ ਦਾ, ਠੱਗੀ ਦਾ ਤਰੀਕਾ, ਫਰੋਡ ਦਾ ਤਰੀਕਾ ਹੋਰ ਹੋ ਸਕਦਾ ਹੈ। ਪਰ ਇਹ ਨਹੀਂ ਗਾ ਕਿ ਸਿਰਫ਼ ਆਪਣੇ ਹੀ ਪੰਜਾਬੀਆਂ ਦੇ ਵਿੱਚ ਹੀ ਆ, ਇਹ ਹਰ ਥਾਂ ਹੀ ਆ। ਉਹਨਾਂ ਦਾ ਢੰਗ ਤਰੀਕਾ ਹੋਰ ਹੋ ਸਕਦਾ ਹੈ। ਇੱਕ ਹੋਰ ਜਿਹੜੀ ਗੱਲਬਾਤ ਕਰਾਂਗੇ, ਆਪਾਂ ਬ੍ਰੇਕ ਲੈਂਦੇ ਹਾਂ ਇੱਥੇ। ਬ੍ਰੇਕ ਤੋਂ ਪਾਰ ਇੱਕ ਅਜਿਹੇ ਫਰੋਡ ਬਾਰੇ ਤੁਹਾਨੂੰ ਦੱਸਾਂਗੇ, ਜਿਹੜਾ ਫਰੋਡ ਸੀ ਤਾਂ ਬਿਲਕੁਲ ਅਸਲੀਅਤ ਦੇ ਵਿੱਚ ਜਾਪਦਾ ਸਹੀ ਸੀਗਾ, ਵਾਪਰਿਆ ਵੀ ਅਮਰੀਕਾ ਦੇ ਵਿੱਚ ਹੈ, ਵਾਪਰਿਆ ਵੀ ਇਹ ਆਪਣੇ ਹੀ ਕਿਸੇ ਭੈਣ-ਭਰਾ ਦੇ ਨਾਲ ਆ। ਪਰ ਅਸਲ ਦੇ ਵਿੱਚ ਜਦੋਂ ਉਹਦਾ ਵਾਹ ਪਿਆ ਤਾਂ ਉਹਨੂੰ ਬਾਅਦ 'ਚ ਕੁਛ ਸਮੇਂ ਬਾਅਦ ਰਿਅਲਾਈਜ਼ ਹੋਇਆ ਕਿ ਇਹ ਬੰਦਾ ਵਾक़ਈ ਮੇਰੇ ਨਾਲ ਫਰੋਡ ਕਰ ਗਿਆ, ਪਰ ਉਹ ਬੰਦਾ ਸ਼ਾਤਰ ਸੀ। ਉਹ ਬੰਦਾ ਹੋਰ ਭਾਈਚਾਰੇ ਤੋਂ ਸੀ, ਆਪਣੇ ਭਾਈਚਾਰੇ ਤੋਂ ਨਹੀਂ ਸੀ। ਉਹਨੇ ਜੋ ਬੈਂਕ ਦੇ ਬਾਰੇ ਚੀਜ਼ਾਂ ਦਿੱਤੀਆਂ, ਜੋ ਕ੍ਰੈਡਿਟ ਇਨਫੋਰਮੇਸ਼ਨ ਦਿੱਤੀ ਜਾਂ ਜੋ ਵੀ ਦਿੱਤਾ, ਉਹ ਸਾਰਾ ਡਾਕੂਮੈਂਟਡ ਤੌਰ ਤੇ ਇੱਕ ਤਰੀਕੇ ਨਾਲ ਕਹਿੰਦੇ ਫੈਬਰੀਕੇਟਡ ਸੀਗਾ। ਮਤਲਬ ਉਹਦਾ ਅਸਲੀਅਤ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਬਾਅਦ ਦੇ ਵਿੱਚ ਉਹਨੇ ਇੰਸ਼ੋਰੈਂਸ ਨੂੰ ਕਿਹਾ ਕਿ ਬਈ ਮੇਰੇ ਨਾਲ ਤਾਂ ਆਹ ਹੋ ਗਿਆ, ਇੰਸ਼ੋਰੈਂਸ ਨੇ ਉਹ ਬੰਦਾ ਟਰੇਸ ਕਰ ਲਿਆ। ਬੜਾ ਲੰਬਾ ਜਿਹੜੀ ਇੱਕ ਕਹਾਣੀ ਵਾਪਰੀ। ਪਰ ਦੇਖੋ, ਇਹ ਹੋ ਕਿਸੇ ਨਾਲ ਵੀ ਸਕਦਾ, ਪਰ ਭਰੋਸਾ ਕਾਗਜ਼ਾਂ ਤੇ ਕਰਨਾ ਬਿਹਤਰ ਆ ਕਿਸੇ ਇਨਸਾਨ ਦੇ ਨਾਲੋਂ, ਕਿਉਂਕਿ ਦੁਨੀਆ ਤੇਜ਼ ਬਹੁਤ ਹੋ ਚੁੱਕੀ ਆ। ਇੱਥੇ ਬਹੁਤ ਬ੍ਰੇਕ ਜ਼ਿਆਦਾ ਦੇ ਤੇਜ਼ ਹੈ ਜੀ, ਜੀ, ਜੀ। ਇੱਥੇ ਬਹੁਤ ਇੱਕ ਬ੍ਰੇਕ ਦੇ ਜ਼ਿਆਦਾ ਲਈ ਤੇਜ਼ ਹੈ। ਬਿਲਕੁਲ। ਬਿਲਕੁਲ, ਇਹ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਫਰਾਡਸ ਦੇ ਬਾਰੇ, ਧੋਖਾਧੜੀਆਂ ਦੇ ਬਾਰੇ, ਘੁਟਾਲਿਆਂ ਦੇ ਬਾਰੇ ਜਿਹੜੇ ਸਾਡੇ ਨਾਲ ਵਾਪਰ ਜਾਂਦੇ ਨੇ, ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ, ਤੇ ਕਈ ਵਾਰੀ ਜਾਣਕਾਰੀ ਹੁੰਦਿਆਂ ਵੀ ਸਾਡੇ ਨਾਲ ਇਹ ਚੀਜ਼ਾਂ ਵਾਪਰ ਜਾਂਦੀਆਂ ਨੇ। ਕਈ ਵਾਰੀ ਸਾਨੂੰ ਮੂੰਹ ਮੁਲਾਜ਼ੇ ਦੇ ਵਿੱਚ ਕੋਈ ਚੀਜ਼ਾਂ ਅਸੀਂ ਸ਼ੁਰੂਆਤੀ ਤੌਰ ਤੇ ਕਰ ਤਾਂ ਲੈਂਦੇ ਹਾਂ, ਕੋਈ ਕਾਰੋਬਾਰ ਜਾਂ ਕੋਈ ਕਮਿਟਮੈਂਟ, ਪਰ ਬਾਅਦ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਆ ਉਹ ਸਾਡੇ ਉਲਟ ਭੁਗਤ ਰਹੀ ਆ ਤੇ ਸਾਨੂੰ ਉਹ ਫਰਾਡ ਜਾਪਦੀ ਆ। ਪਰ ਅਸਲ ਦੇ ਵਿੱਚ ਜਦੋਂ ਅਸੀਂ ਉਹਨੂੰ ਐਸਟੈਬਲਿਸ਼ ਕਰਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਉਹਨੂੰ ਸਥਾਪਿਤ ਕਰਨ ਦੀ ਗੱਲ ਕਰਦੇ ਹਾਂ ਕਾਨੂੰਨੀ ਤੌਰ ਤੇ, ਤਾਂ ਸਾਡੇ ਹੱਥ ਪੱਲੇ ਕੁਝ ਨਹੀਂ ਹੁੰਦਾ। ਬਹੁਤ ਵਾਰ ਇੱਕ ਮੀਡੀਆ ਦੇ ਵਿੱਚ ਮੀਡੀਆ ਅਦਾਰਾ ਹੋਣ ਕਰਕੇ ਸਾਡੇ ਤੱਕ ਵੀ, ਪੰਜਾਬੀ ਰੇਡੀਓ ਯੂਐਸਏ ਤੱਕ ਵੀ ਇਹ ਜਿਹੜੀਆਂ ਜਾਣਕਾਰੀਆਂ ਪਹੁੰਚਦੀਆਂ ਨੇ, ਪਰ ਕਿਉਂਕਿ ਇੱਕ ਤਰਫਾ ਦੋਸ਼ਾਂ ਨੂੰ ਐਸਟੈਬਲਿਸ਼ ਕਰਨਾ ਬਹੁਤ ਔਖਾ ਹੈ, ਦੋਸ਼ ਲਾਉਣੇ ਬਹੁਤ ਸੌਖੇ ਆ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਐਸਟੈਬਲਿਸ਼ ਕਰਨਾ ਬਹੁਤ ਔਖਾ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਤੋਂ ਕਾਨੂੰਨੀ ਤੌਰ ਤੇ ਸਾਨੂੰ ਵੀ ਉਹ ਚੀਜ਼ਾਂ ਨੂੰ ਨੁਕਤੇ ਨਿਗਾਹ ਤੋਂ ਵੇਖਣਾ ਪੈਂਦਾ। ਸੋ ਬਲਵਿੰਦਰ ਕੌਰ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ। ਜੀ। ਤੇ ਆਪਾਂ ਅੱਜ ਫਰਾਡ ਤੇ ਗੱਲ ਕਰ ਰਹੇ ਹਾਂ ਹੂੰ ਕਿ ਫਰਾਡ ਲੋਕਾਂ ਨਾਲ ਹੋ ਰਿਹਾ। ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਹੈਗੇ ਕਿ ਤੁਹਾਡੇ ਨਾਲ ਹੀ ਨਹੀਂ ਹੋ ਰਿਹਾ, ਹੂੰ ਤੁਹਾਡੇ ਹੂੰ ਨਾਲ ਹੋ ਬਿਲਕੁਲ ਰਿਹਾ ਆ। ਬਿਲਕੁਲ ਜੀ। ਹਾਂ, ਜੀ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਹਾਡਾ ਵੀ ਕੋਈ ਕਸੂਰ ਨਹੀਂ ਹੈਗਾ, ਤੁਹਾਡਾ ਵੀ ਹੂੰ ਕਸੂਰ ਆ। ਜੀ ਜੀ। ਕਿ ਤੁਸੀਂ ਉਹ ਕਈ ਵਾਰ ਨਾ ਚੀਜ਼ਾਂ ਦੀ ਮੰਗ ਬੜੀ ਹੁੰਦੀ ਆ, ਹਾਂਜੀ।
ਉਹ ਫਿਰ ਚੀਜ਼ਾਂ ਨਾ ਅਗਲੇ ਲੋਕ ਮਹਿੰਗੀਆਂ ਕਰਕੇ ਵੇਚਦੇ ਆ ਜਾਂ ਕੋਈ ਨਾ ਕੋਈ ਲੂਪ ਹੋਲ ਉਹਦੇ ਵਿੱਚ ਲੱਭ ਲੈਂਦੇ ਆ ਹੂੰ। ਕਿ ਕੁਛ ਤਾਂ ਹੋਵੇ ਨਾ ਵਿੱਚ ਜੀ। ਜਿੱਥੋਂ ਅਸੀਂ ਬਚ ਸਕੀਏ। ਜੇ ਅਗਲੇ ਨੇ ਧੜਾ-ਧੜ ਇੰਨੀਆਂ ਚੀਜ਼ਾਂ ਦਿੱਤੀਆਂ, ਕੁਛ ਨਾ ਕੁਛ ਤਾਂ ਰੱਖਿਆ ਹੀ ਹੋਊਗਾ ਨਾ ਵਿੱਚ। ਹੂੰ। ਉਹਦੇ ਵਿੱਚ ਹੁਣ ਟੋਟਲੀ ਵੀ ਅਗਲੇ ਦਾ ਨਹੀਂ ਕਹਿ ਸਕਦੇ ਵੀ ਅਗਲੇ ਦਾ ਕਸੂਰ ਹੈ, ਸਾਡਾ ਵੀ ਕਸੂਰ ਹੁੰਦਾ ਹੈ ਕਈ ਵਾਰੀ। ਜੀ, ਜੀ। ਹਾਂ, ਮੈਨੂੰ ਹੁਣੇ ਅੱਜ ਸਵੇਰੇ ਕਾਲ ਆਉਂਦੀ ਆ ਹਾਂਜੀ। ਪੰਜਾਬ ਹੂੰ, ਤੋਂ ਹੂੰ। ਕਾਲ ਆਉਂਦੀ ਆ ਹੂੰ, ਹੂੰ। ਕਿ ਅਸੀਂ ਇੱਕ ਟਾਕ ਸ਼ੋਅ ਤੁਹਾਤੋਂ ਕਰਾਉਣਾ ਚਾਹੁੰਦੇ ਆ। ਜੀ। ਤੁਹਾਤੋਂ ਮਤਲਬ ਕਿ ਤੁਹਾਨੂੰ ਸਪਾਰੀ ਦੇਣੀ ਚਾਹੁੰਦੇ ਆ। ਅੱਛਾ ਠੀਕ ਹੈ। ਅੱਜ ਮੈਂ ਕਿਹਾ ਦੱਸੋ? ਹਾਂਜੀ। ਅਸੀਂ ਕੋਈ ਨਾ ਕੋਈ ਜਿਹੜਾ ਰੀਜ਼ਨ ਹੁੰਦਾ ਨਾ ਕੋਈ ਗੱਲ ਦਾ, ਹੂੰ, ਹੂੰ। ਉਹਦੇ ਤੇ ਅਸੀਂ ਜ਼ਰੂਰ ਗੱਲ ਕਰ ਲੈਂਦੇ ਆ। ਕੋਈ ਜ਼ਰੂਰੀ ਨਹੀਂ ਹੁੰਦੀ ਕਿ ਅਸੀਂ ਕਿਸੇ ਨੂੰ ਕੁਛ ਕਹਿਣਾ ਆ। ਹਾਂਜੀ, ਬਸ ਹਾਂਜੀ। ਇਹ ਜਿਹੜੀ ਗੱਲ ਬਣਦੀ ਆ ਵੀ ਲੋਕਾਂ ਨਾਲ ਧੋਖਾ ਨਾ ਹੋਵੇ, ਉਹ ਗੱਲ ਅਸੀਂ ਕਰ ਲੈਂਦੇ ਆ। ਹੂੰ, ਹੂੰ। ਕੀ ਹੋਇਆ? ਕਹਿੰਦੇ ਵੀ ਕੈਨੇਡਾ ਦੇ ਵਿੱਚੋਂ ਸਾਨੂੰ ਨੰਬਰ ਮਿਲਿਆ। ਠੀਕ ਹੈ ਜੀ। ਕੈਨੇਡਾ ਦੇ ਵਿੱਚ ਵੀ ਕੋਈ ਬਾਬਾ ਆ, ਜੀ। 7 ਤੋਂ 95 ਲੱਖ ਲੈ ਗਿਆ। ਓਹ! ਅੱਛਾ। ਮੈਂ ਕਿਹਾ ਤੁਹਾਤੋਂ 95 ਲੱਖ ਕਾਹਦੇ ਲਈ ਲੈ ਗਿਆ? ਕੈਨੇਡਾ ਨਗਾਉਣ ਲਈ। ਉਹਦੇ ਵਿੱਚ ਹੂੰ। ਤੁਹਾਡਾ ਆਪਣਾ ਲਾਲਚ ਸੀ। ਜਿਹਦੇ ਕੋਲ 95 ਲੱਖ ਉੱਥੇ ਆ ਨਾ, ਹਾਂਜੀ, ਹਾਂਜੀ। ਮੈਂ ਤਾਂ ਆਪਣੇ ਘਰੋਂ ਕਦੀ ਨਾ ਉੱਠਾਂ। ਹੂੰ। ਨਹੀਂ ਵੀ ਬਿਜ਼ਨਸ ਕਰਨਾ, ਨਹੀਂ ਕੁਛ ਕਰਨਾ, ਨਹੀਂ ਜੋਬ ਮਿਲਦੀ, ਜਿਹਦੇ ਕੋਲ ਇੰਨੇ ਪੈਸੇ ਆ, ਆਰਾਮ ਦੇ ਨਾਲ ਆਰਾਮ ਦੀ ਰੋਟੀ ਖਾਓ। ਹੂੰ। ਤੁਹਾਡੇ ਕੋਲ ਘਰ ਆਪਣਾ ਹੁੰਦਾ ਹੈ। ਜੀ। ਅੱਜ-ਕੱਲ੍ਹ ਤਾਂ ਉੱਥੇ ਬਿਜਲੀ ਵੀ ਫ੍ਰੀ ਆ। ਹਾਂਜੀ। ਤੁਹਾਨੂੰ ਬੱਸਾਂ ਦੇ ਕਿਰਾਏ ਵੀ ਫ੍ਰੀ ਆ। 600 ਯੂਨਿਟ ਬਿਜਲੀ ਆਟਾ ਮਾਫ। ਦਾਲ ਸਕੀਮ ਆ ਤੁਹਾਡੇ ਕੋਲ। ਹੂੰ। ਜਿਹਦੇ ਕੋਲ ਇੰਨੇ ਪੈਸੇ ਆ, ਫੇਰ ਤਾਂ ਆਪਾਂ ਮੱਛਰਿਓ ਹੀ ਆ ਨਾ ਬਾਹਰ ਨੂੰ ਤੁਰੇ ਹੋ। ਜੀ। ਜਦ ਅਸੀਂ ਆਏ ਸੀਗੇ ਉਦੋਂ ਤਾਂ ਇੰਨੀਆਂ ਸਹੂਲਤਾਂ ਹੈ ਨਹੀਂ ਸੀਗੀਆਂ। ਹੂੰ, 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 ਹੂੰ। ਕੋਈ ਸਹੂਲਤ ਨਹੀਂ ਸੀਗੀ। ਕਈ ਵਾਰੀ ਉਹ ਕਈ ਵਾਰੀ ਕਾਲਜਾਂ ਦੇ ਵਿੱਚ ਹਾਈ ਸਕੂਲ ਤੋਂ ਬਾਅਦ ਦਾਖਲਾ ਵੀ ਨਹੀਂ ਸੀ ਸਾਰਿਆਂ ਨੂੰ ਮਿਲਦਾ ਨਹੀਂ ਹੁੰਦਾ। ਮਿਲਦਾ ਸੀ, ਨਹੀਂ ਮਿਲਦਾ। ਕਾਲਜ ਥੋੜੇ ਸੀਗੇ। ਕਾਲਜ ਥੋੜੀ ਸੀ। ਜੀ, ਹਾਂ, ਬਿਲਕੁਲ। ਉੱਥੇ ਸੀ ਵੀ ਸੀਟਾਂ ਇੰਨੀਆਂ ਹੈਗੀਆਂ, ਜੇ ਮਿਲ ਗਈਆਂ ਤੁਹਾਨੂੰ, ਨਹੀਂ ਤਾਂ ਭਾਈ ਸੀਟਾਂ ਹੀ ਰਿਜ਼ਰਵ ਆ। ਹੂੰ। ਇਹ ਇਹ ਇੱਕ ਸਰਕਾਰਾਂ ਤਾਂ ਹੁੰਦਾ ਉਦੋਂ ਕੋਈ ਸੀ। ਦੇਣ ਦੀ ਬਜਾਏ ਜ਼ੁਲਮ ਕਰ ਰਹੀਆਂ ਸੀ ਨਾ ਉਹਨਾਂ ਸਮੇਂ ਤੇ ਜ਼ੁਲਮ ਤਾਂ ਕਰ ਰਹੀਆਂ ਸੀ, ਤੁਹਾਨੂੰ 80, ਕੁਛ ਨਹੀਂ 90 ਦੇ ਸੀ ਹੁੰਦਾ। ਦਹਾਕੇ ਦੇ ਵਿੱਚ ਤਾਂ। ਹਾਂ, ਜੀ। ਪਰ ਜੇ ਕਿਸੇ ਕੋਲ 40-50 ਲੱਖ ਵੀ ਉੱਥੇ ਹੈਗਾ ਆ, ਮੈਂ ਤਾਂ ਕਹਿੰਦੀ ਹੂੰ। ਉਹਦਾ ਸਿਰ ਹੀ ਘੁੰਮਿਆ ਆ, ਹੂੰ। ਜਿਹੜਾ ਤੁਰ ਪੈਂਦਾ ਆ ਉੱਠ ਕੇ। ਜੀ। ਤੁਹਾਡੇ ਕੋਲ ਤਾਂ ਹੈ ਨਾ। ਪਰ ਮੈਂ ਕਿਹਾ ਵੀ ਹੁਣ ਦੱਸੋ ਜੇ ਅਸੀਂ ਟਾਕ ਸ਼ੋਅ ਕਰ ਵੀ ਲਵਾਂਗੇ, ਤੈਨੂੰ ਹਾਂਜੀ, ਵਿੱਚ ਲੈ ਵੀ ਲਵਾਂਗੇ, ਹਾਂਜੀ। ਫਿਰ ਕੀ ਹੋਊਗਾ? ਕੀ ਹੋਊਗਾ ਬਿਲਕੁਲ। ਜਦ ਤੁਸੀਂ ਪੈਸੇ ਦੇ ਹੀ ਦਿੱਤੇ, ਤੁਹਾਨੂੰ ਪੈਸੇ ਵਾਪਸ ਦਿਓ। ਤੁਹਾਡਾ ਬਾਬ ਦਿਮਾਗ ਹੀ ਹੈ ਨਹੀਂ ਸੀ, ਤੁਸੀਂ ਇੰਨੇ ਬਾਬਾ ਪੈਸੇ ਪੈਸੇ ਦੇ ਮੁੜੇ ਦਿੱਤੇ। ਨਾ ਮੁੜੇ, ਕੱਲ ਨੂੰ ਇਨਕਮ ਟੈਕਸ ਵਾਲਿਆਂ ਨੇ ਜ਼ਰੂਰ ਆ ਜਾਣਾ, ਹਾਂ ਵੀ ਦੱਸ ਹਾਂ, ਕਿੱਥੋਂ ਆਏ ਵੀ ਸੀਗੇ। ਤੁਸੀਂ ਕਿੱਥੋਂ ਲਏ ਸੀਗੇ ਪੈਸੇ ਹਾਂਜੀ, ਇੰਨੇ? ਮੁੜ ਕੇ ਚੱਕਰ ਸੋ ਬਹੁਤ ਕਈ ਲੱਗਦਾ ਵਾਰੀ ਨਾ ਪੈਸੇ ਅਸੀਂ ਦਾ। ਬਲੇਮ ਕਰਦੇ ਹਾਂ ਵੀ ਸ਼ਾਇਦ ਅਸੀਂ ਕੋਈ ਕਿਸੇ ਦੀ ਕਾਲ ਆ ਜਾਂਦੀ ਆ। ਹੂੰ, ਹੂੰ। ਦੇਖੋ ਜੀ ਇਹ ਟਾਕ ਸ਼ੋਅ ਕਰੋ, ਸਾਡੀ ਕੁੜੀ ਨੂੰ ਤੰਗ ਕਰਦੇ ਆ। ਹੂੰ। ਪਰ ਦੱਸੋ ਉਹਦੇ ਨਾਲ ਕੀ ਹੋ ਜਾਊਗਾ? ਜੀ। ਠੀਕ ਹੈ, ਅਸੀਂ ਉਹ ਸਾਂਝੇ ਤੌਰ ਤੇ ਕਹਿੰਦੇ ਆ ਵੀ ਨਾ ਕਿਸੇ ਨੂੰ ਨਾ ਤੰਗ ਕਰੋ। ਨਹੀਂ ਹਾਂਜੀ, ਤੰਗ ਹਾਂਜੀ। ਕਰਨਾ ਚਾਹੀਦਾ। ਕਿਸੇ ਦਾ ਹੂੰ, ਧੀ ਪੁੱਤ ਆ, ਕੋਈ ਵੀ ਆ ਜਾਂ ਬਜ਼ੁਰਗ ਆ। ਹੂੰ। ਇਹ ਗੱਲਾਂ ਬਣਦੀਆਂ ਨਹੀਂ ਆ। ਜਿਹੜੀਆਂ ਸਾਨੂੰ ਸੁਧਾਰ ਕਰਨ ਵਾਲੀਆਂ ਚੀਜ਼ਾਂ, ਉਹਦੀਆਂ ਅਸੀਂ ਗੱਲਾਂ ਕਰ ਸਕਦੇ ਹੁੰਦੇ ਆ। ਨਾਲੇ ਇਹ ਤਾਂ ਜੇ ਲੋਕਾਂ ਨੇ ਆਖੇ ਲੱਗਣਾ ਹੋਵੇ ਬਲਵਿੰਦਰ ਕੌਰ ਜੀ, ਤਾਂ ਸਦੀਆਂ ਤੋਂ ਹੀ ਪੀਰ ਫਕੀਰ ਕਹਿ ਰਿਹਾ ਭਾਈ ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਹਾਂ, ਨੂੰ ਤੰਗ ਨਾ ਕਰੋ, ਕਿਸੇ ਜੀਅ ਨੂੰ। ਹੋਰ ਅਸੀਂ ਜਿੱਥੇ ਵੀ ਧਾਰਮਿਕ ਥਾਂ ਤੇ ਜਾਂਦੇ ਹਾਂ, ਸਾਨੂੰ ਇਨਸਾਨੀਅਤ ਦਾ ਹੀ ਪਾਠ ਪੜ੍ਹਾਉਂਦੀਆਂ ਨੇ ਨਾ ਸਾਰੇ ਧਰਮ, ਸਾਰੀਆਂ ਧਾਰਮਿਕ ਥਾਵਾਂ ਤੇ। ਜੇ ਲੋਕਾਂ ਨੇ ਆਖੇ ਲੱਗਣਾ ਹੋਵੇ ਤਾਂ ਉਹਨਾਂ ਦੇ ਆਖੇ ਲੱਗ ਜਾਣ। ਜੇ ਨਾਲੇ ਕਹੇ ਅਕਲ ਵਾਲਾ ਬੰਦਾ ਕਿਹੜਾ ਕਹੂਗਾ ਵੀ ਹਾਂ ਬਾਬਾ ਤੁਹਾਡੇ ਨਾਲ ਧੋਖੇ ਕਰ ਗਿਆ, ਮੂਰਖ ਤਾਂ ਅਸੀਂ ਆਪ ਸੀਗੇ। ਜੀ। ਚੁੱਪ ਕਰਕੇ ਅਸੀਂ ਇੰਨੇ ਹੂੰ, ਪੈਸੇ 1 ਦੇਤੇ। ਕਰੋੜ ਰੁਪਈਆ। ਸੁਰਿੰਦਰ ਕੌਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ ਤੁਸੀਂ ਜੀ। ਬਹੁਤ ਸੋਹਣਾ ਪ੍ਰੋਗਰਾਮ ਲਿਆਂਦਾ, ਲੋਕਾਂ ਦੇ ਨਾਲ ਜਾਂਚ ਕਰਦੇ ਆ, ਪਰ ਜੇ ਕੁਝ ਸਿੱਖਣ ਤਾਂ ਫੇਰ ਹੀ ਆ। ਮੈਂ ਆਪਣੀ ਸਟੋਰੀ ਦੱਸਦੀ, 2 ਵਾਰੀ ਮੇਰੇ ਨਾਲ ਹੋ ਚੁੱਕਾ। ਹੂੰ, ਹੂੰ। ਅੱਛਾ, ਇੱਕ ਵਾਰੀ ਉਦੋਂ ਅਸੀਂ ਅਣਜਾਣ ਸੀਗੇ, ਤਾਂ ਕੋਈ ਜਾਣਦੇ ਕਰਦੇ ਸੀਗੇ, ਉਹਨਾਂ ਨੂੰ ਅਸੀਂ ਨਾ ਮਤਲਬ ਪੈਸੇ ਦੇ ਦਿੱਤੇ, ਤੇ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਆਪਣੀਆਂ ਪ੍ਰਾਪਰਟੀਆਂ ਖਰੀਦੀ ਜਾਂਦਾ, ਸਾਡੇ ਪੈਸੇ ਵਾਪਸ ਨਹੀਂ ਮੋੜਦੇ। ਹਾਂਜੀ, ਤੇ ਹਾਰ ਕੇ ਉਹਨੂੰ ਕਿੰਨੀ ਵਾਰੀ ਕਿਹਾ, ਹਾਰ ਕੇ ਅਸੀਂ ਜੰਨੇ ਸਾਡੇ ਪੈਸੇ ਸੀ। ਮੈਂ ਅਮਾਊਂਟ ਕਾਹਨੂੰ ਦੱਸਣਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਏਦਾਂ ਕਰੋ, ਅਸੀਂ ਘਰ ਲੈਣਾ, ਸਾਨੂੰ ਇੰਨੇ ਦੁੱਗਣੇ ਪੈਸੇ ਦੱਸ ਦਿੱਤੇ, ਮੈਂ ਸਾਨੂੰ ਚਾਹੀਦੇ ਆ। ਹੂੰ, ਹੂੰ। ਅੱਛਾ। ਕਹਿੰਦੇ ਜੀ ਇੰਨੇ ਤਾਂ ਨਹੀਂ ਆ, ਚਲੋ ਤੁਹਾਡੇ ਮੋੜ ਦਿੰਦੇ। ਦੇਖ ਲਓ ਚਲੋ। ਬੜਾ ਵਧੀਆ ਹਾਂਜੀ, ਤਰੀਕਾ ਸੀਗਾ। ਹੂੰ, ਹੂੰ, ਹਾਂਜੀ, ਆਪਣੀਆਂ ਨਹੀਂ, ਮੈਂ ਕਹਿੰਦਾ ਆਪਣੀਆਂ ਪ੍ਰਾਪਰਟੀਆਂ ਖਰੀਦੀ ਜਾਵੇ। ਇੱਕ ਤਾਂ ਹੈਗਾ ਵਿਚਾਰੇ ਕੀ ਕਰਨ, ਹੈ ਨਹੀਂ, ਹੱਥ ਨਹੀਂ ਹਾਂ, ਉੱਥੇ ਪੈਂਦਾ ਮੇਕ ਕਿਤੇ ਕੀ ਸੈਂਸ ਆ। ਕਰਨ। ਹੂੰ, ਹਾਂਜੀ। ਹੂੰ, ਹਾਂ, ਅੱਛਾ, ਫਿਰ ਇਸੇ ਤਰ੍ਹਾਂ ਮੇਰੇ ਨਾਲ ਕੋਈ ਕੰਮ ਕਰਦੇ ਸੀ, ਉਹ ਵੀ ਏਦਾਂ ਜੀ ਸਾਨੂੰ ਪੈਸੇ ਚਾਹੀਦੇ ਆ। ਮੈਂ ਕਿਹਾ ਜੀ ਮੈਂ ਕੀ ਕੀਤਾ, ਮੈਂ ਪੇਪਰ ਬਣਾ ਲਏ। ਪੇਪਰ ਅੱਛਾ, ਬਣਾ ਕੇ ਮੈਂ ਕਿਹਾ ਜੀ ਵੀ ਤੁਸੀਂ ਘਰ ਉਹਨਾਂ ਕੋਲ ਸੀਗਾ, ਮੈਂ ਕਿਹਾ ਮੈਂ ਤੁਹਾਨੂੰ ਘਰ ਤੇ ਦੇ ਦਿੰਦੇ ਆ, ਤੁਸੀਂ ਸਾਈਨ ਕਰ ਦਿਓ। ਹੂੰ, ਹੂੰ। ਬਹੁਤ ਕਲੋਜ਼ ਫਰੈਂਡ ਜੀ, ਉਹ ਕਹਿੰਦੇ ਅਸੀਂ ਸਾਈਨ ਨਹੀਂ ਕਰਨੇ, ਪੇਪਰ ਤੇ ਸਾਈਨ ਨਹੀਂ ਕਰਨੇ, ਓਦਾਂ ਪੈਸੇ ਦੇ ਦਿਓ। ਦੇਖ ਲਓ। ਓਹ! ਅੱਛਾ। ਹਾਂਜੀ, ਸੋ ਏਦਾਂ ਦੀਆਂ ਗੱਲਾਂ ਬਹੁਤ ਕੁਛ ਆ, ਬੰਦੇ ਨੂੰ ਬਹੁਤ ਧਿਆਨ ਦੇਣਾ। ਤੁਸੀਂ ਇੰਨੀ ਹਾਰਡ ਮਿਹਨਤ ਕਰਦੇ ਆ, ਤੁਸੀਂ ਇੰਨੇ ਢੋਲ ਵੀ ਬਜਾਉਣੇ, ਪਰ ਇਹ ਨਾ ਕੋਈ ਸੁਣੇ ਤਾਂ ਫਿਰ ਉਹਨਾਂ ਦੀ ਵੱਖਰੀ ਗੱਲ ਆ। ਉਹਨਾਂ ਦੀ ਵੱਖਰੀ ਹਾਂਜੀ, ਗੱਲ।
ਤੁਹਾਡਾ ਬਹੁਤ ਬਹੁਤ ਥੈਂਕ ਯੂ। ਲੋਕ ਬਹੁਤ ਬਹੁਤ ਕਲੋਜ਼ ਫਰੈਂਡ ਬਾਅਦ ਚ ਬੋਲਣ ਨੂੰ ਹਟ ਗਏ ਕਿ ਤੁਸੀਂ ਸਾਨੂੰ ਕਿਉਂ ਕਿਹਾ ਸੀ ਵੀ ਸਾਈਨ ਕਰ ਦਿਓ। ਮਨ ਚ ਚੋਰ ਸੀ ਹਾਂਜੀ ਉਹਨਾਂ ਦੇ। ਹਾਂਜੀ ਉਹੀ ਗੱਲ ਵਾ ਨਾ, ਫਿਰ ਜੇ ਤੁਸੀਂ ਕਲੀਅਰ ਵਾ ਤੁਹਾਨੂੰ ਕੀ ਆ, ਤੁਹਾਨੂੰ ਉਹਨੇ ਪੈਸੇ ਦੇਣੇ ਆ ਤੇ ਚੱਲ ਵੀਰ ਕੋਈ ਗੱਲ ਨਿਬੜ ਗਈ। ਹਾਂਜੀ ਇੱਕ ਵਾਰੀ ਇਸੇ ਤਰ੍ਹਾਂ ਕਿਸੇ ਨੂੰ ਪੈਸੇ ਚਾਹੀਦੇ ਸੀ ਤੇ ਉਹ ਗਹਿਣੇ ਵੇਚਣੇ ਆ ਚਾਹੁੰਦੀ ਚਾਹੁੰਦੀ ਮੈਨੂੰ ਕਹਿੰਦੀ ਸਟੋਰ ਮੇਰਾ ਚੱਲ। ਮੈਂ ਕਿਹਾ ਠੀਕ ਆ, ਮੈਂ ਚਲੇ ਗਈ ਸਟੋਰ ਉਹਦੇ ਨਾਲ ਤੇ ਉਹ ਜਦ ਦੇਣ ਲੱਗੀ ਤੇ ਮੈਨੂੰ ਪਤਾ ਲੱਗ ਗਿਆ ਵੀ ਇੰਨੀ ਪ੍ਰਾਈਸ ਵਾ। ਤੇ ਮੈਂ ਉਹਨੂੰ ਕਿਹਾ ਵੀ ਗੱਲ ਸੁਣ ਤੂੰ ਏਦਾਂ ਕਰ, ਜਿੰਨੇ ਪੈਸੇ ਜੇ ਤੂੰ ਨਹੀਂ ਪੂਰਾ ਮੰਨਦੇ ਨਾ ਪੈਂਦਾ ਕਰ, ਮੈਂ ਤੈਨੂੰ ਪੈਸੇ ਦੇ ਦੇਣੇ, ਤੂੰ ਇਹ ਗਹਿਣੇ ਮੈਨੂੰ ਦੇ ਦੇ, ਜੇ ਤੈਨੂੰ ਲੋੜ ਹੋਊਗੀ ਤੂੰ ਦੇ ਦੂੰਗੀ ਮੇਰੇ ਪੈਸੇ ਤਾਂ ਤੂੰ ਆਪਣੇ ਗਹਿਣੇ ਲੈ ਲਈ। ਕਹਿੰਦੀ ਠੀਕ ਆ। ਸੋ ਉਹਦੇ ਬਾਅਦ ਦੇ ਵਿੱਚ ਉਹਦੇ ਕੋਲ ਲੋੜ ਨਹੀਂ ਪਈ, ਚਲੋ ਮੇਰੇ ਪੈਸੇ ਨੇ ਲੂਜ਼ ਹੋ ਗਏ ਤੇ ਮੈਨੂੰ ਕੋਈ ਗਹਿਣੇ ਆ ਗਏ, ਉਹਨੇ ਪੈਸੇ ਉਹਨੂੰ ਚਾਹੀਦੇ ਸੀ ਉਹ ਲੈ ਲੈ। ਹਾਂਜੀ 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 ਸੋ ਏਦਾਂ ਦੀਆਂ ਗੱਲਾਂ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਏਦਾਂ ਨਾਲ ਲਿਆਉਂਦੇ ਵਾਲੇ ਤਾਂ ਤੁਸੀਂ ਹਮੇਸ਼ਾ ਹੀ ਰਹਿੰਦੇ ਆ। ਬਹੁਤ ਥੈਂਕ ਯੂ। ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਪੈਸੇ ਦੇ ਤਾਂ ਹੱਸ ਕੇ ਦਿੰਦੇ ਆ, ਪਰ ਲੈਂਦੇ ਤੁਸੀਂ ਮਿਹਨਤਾਂ ਦੇ ਨਾਲ ਹੀ, ਝੂਠ ਬੋਲ ਕੇ। ਕਹਿੰਦੇ ਵੀ ਇੰਨਾ ਝੂਠ ਬੋਲਣਾ ਪੈਂਦਾ ਨਾ ਪੈਸੇ ਕਢਾਉਣ ਲਈ। ਬਿਲਕੁਲ ਇਹ ਤਜਰਬੇ ਪੈਸੇ ਵਾਲੇ ਦੇ ਕਿਸੇ ਦੇ ਚੰਗਾ ਰਹਿੰਦਾ ਨਹੀਂ, ਮੋਸਟਲੀ ਲੋਕਾਂ ਦਾ ਤਜਰਬਾ ਮਾੜਾ ਹੀ ਰਹਿੰਦਾ। ਇੱਕ ਵਾਰੀ ਮੰਗਿਆ ਤੁਸੀਂ ਇਹਨੂੰ ਕਹਿੰਦੇ ਵੀ ਫੜਾ ਦਿੰਨੇ ਪੈਸੇ ਵੀ ਚਲੋ ਇਹਦਾ ਕੰਮ ਸਰ ਜਾਏ, ਤੇ ਜਦੋਂ ਲੈਣੇ ਆ ਨਾ ਸ਼ਾਇਦ ਕੋਈ ਦੁਨੀਆ ਦਾ ਝੂਠ ਨਹੀਂ ਬਚਦਾ ਜਿਹੜਾ ਝੂਠ ਬੋਲਣਾ ਪੈਂਦਾ। ਬਿਲਕੁਲ ਸਹੀ। ਤੇ ਅਗਲੇ ਦੇ ਫਿਰ ਵੀ ਜੂੰ ਨਹੀਂ ਸਰਕਦੀ। ਉਹ ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਜੇ ਕਿਸੇ ਨਾਲ ਵਿਗਾੜਨੀ ਹੈ ਤਾਂ ਪੈਸੇ ਦਾ ਵਿੱਚ ਕਰ ਲੋ ਲੈਣ ਦੇਣ, ਮਾੜਾ ਜਿਹਾ ਵਿਗੜ ਜਾਣੀ ਹੈ। ਸੋ ਇਹ ਚੱਲਦਾ ਰਹਿੰਦਾ। ਨਵੀਂ ਤਰ੍ਹਾਂ ਦਾ ਫਰੋਡ ਇੱਕ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਚੱਲੇ ਗਏ। ਕੀ ਹੋਇਆ ਕਿ ਹੁਣ ਇੱਧਰ ਕੁਛ ਫਰੋਡੀਆਂ ਨੇ, ਹੋ ਸਕਦਾ ਪੁਰਾਣਾ ਵੀ ਹੋਵੇ, ਉਹਦਾ ਤਰੀਕਾ ਬਦਲ ਗਿਆ ਹੋਵੇ। ਉਹ ਜੇ ਤੁਸੀਂ ਕੋਈ ਚੀਜ਼ ਸੇਲ ਕਰ ਰਹੇ ਹੋ, ਉਹ ਤੁਹਾਡੇ ਕੋਲੇ ਆਉਂਦੇ ਨੇ, ਅਪਰੋਚ ਕਰਦੇ ਨੇ, ਤੁਹਾਡੀ ਜਿੰਨੀ ਡਿਮਾਂਡ ਹੁੰਦੀ ਆ ਉਹਦੇ ਅਕੋਰਡਿੰਗ ਕੋਈ $1000-1200 ਘਟਾ ਵਧਾ ਕੇ ਤੁਹਾਡੇ ਨਾਲ ਡੀਲ ਕਰ ਲੈਂਦੇ ਨੇ। ਤਾਂ ਉਹਨਾਂ ਦਾ ਟੀਚਾ ਤੁਹਾਡੇ ਨਾਲ ਡੀਲ ਕਰਨਾ ਹੁੰਦਾ, ਤੁਹਾਨੂੰ ਸਾਰੇ ਪੈਸੇ ਜਾਂ ਡੀਲ ਪ੍ਰੋਪਰ ਸਿਰੇ ਚੜਾਉਣ ਦਾ ਨਹੀਂ ਹੁੰਦਾ। ਉਹ ਕੁਛ ਬੈਂਕ ਦੇ ਪੇਪਰ ਲੈ ਕੇ ਆਉਂਦੇ ਨੇ, ਤੁਹਾਨੂੰ ਦਿਖਾਉਂਦੇ ਨੇ ਕਿ ਮੇਰੇ ਖਾਤੇ ਦੇ ਵਿੱਚ ਆਹ ਕੁਛ ਹੈਗਾ, ਆਹ ਮੇਰੀ ਕ੍ਰੈਡਿਟ ਹਿਸਟਰੀ ਹੈ ਤੇ ਤੂੰ ਮੈਨੂੰ ਆਹ ਜੋ ਵੀ ਵੇਚ ਰਿਹਾ, ਚਾਹੇ ਉਹ ਕਾਰ ਹੈ ਚਾਹੇ ਕੁਛ ਵੀ, ਤੂੰ ਮੈਨੂੰ ਦੇ ਦਿਓ। ਉਹ ਬੰਦਾ ਕਈ ਵਾਰੀ ਆਪਾਂ ਬੰਦੇ ਜਿਹੜੇ ਅਣਭੋਲ ਹੁੰਦੇ ਆ ਜਾਂ ਆਪਣੇ ਮਨ ਦੇ ਵਿੱਚ ਕਈ ਵਾਰੀ ਛਲਾਵਾ ਨਹੀਂ ਹੁੰਦਾ, ਆਪਾਂ ਨੂੰ ਲੱਗਦਾ ਕਿ ਯਾਰ ਪੇਪਰ ਵਰਕ ਇਹਦਾ ਠੀਕ ਹੈ, ਕ੍ਰੈਡਿਟ ਹਿਸਟਰੀ ਵੀ ਇਹ ਕਲੇਮ ਕਰਦਾ ਕਿ ਮੇਰੀ ਚੰਗੀ ਹੈ, ਚਲੋ ਆਪਾਂ ਇਹਨੂੰ ਦੇ ਦਿੰਦੇ ਹਾਂ ਕਾਰ, ਜੋ ਵੀ ਚੀਜ਼ ਸਾਡਾ ਅਸੀਂ ਕੋਈ ਹੋਰ ਟ੍ਰੇਲਰ ਵੇਚਣਾ, ਕੁਛ ਵੀ ਅਸੀਂ ਕਰਨਾ। ਤੇ ਬਾਅਦ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਬਈ ਅਸੀਂ ਅਗਲੇ ਹਫ਼ਤੇ ਤੁਹਾਡੇ ਨਾਲ ਡੀਲ ਸਾਈਨ ਕਰ ਲਾਂਗੇ, ਉਸੇ ਦਿਨ ਤੁਸੀਂ ਸਾਡੇ ਆਹ ਚੈੱਕ ਜਿਹੜਾ ਤੁਹਾਨੂੰ ਦੇ ਰਹੇ ਹਾਂ ਇਹ ਤੁਸੀਂ ਕੈਸ਼ ਕਰਾ ਲਿਓ। ਬੰਦਾ ਕਹਿੰਦਾ ਯਾਰ ਜਦੋਂ ਚੈੱਕ ਹੀ ਦੇਤਾ ਤੇ ਫਿਰ ਮਗਰ ਕੀ ਰਹਿ ਗਿਆ। ਫਿਰ ਉਹ ਤੁਹਾਨੂੰ ਕਾਲ ਕਰਦਾ 3-4 ਦਿਨਾਂ ਬਾਅਦ ਕਿ ਤੁਸੀਂ ਐਂ ਕਰੋ, ਜਿਹੜਾ ਚੈੱਕ ਲਾਉਣਾ ਨਾ ਉਹ ਹਫ਼ਤਾ ਕੁ ਠਹਿਰ ਜਾਓ, ਮੈਂ ਪੇਮੈਂਟ ਦਾ ਕੋਈ ਜੁਗਾੜ ਕਰਦਾ। ਉਹ ਹਫ਼ਤਾ ਕੁ ਠਹਿਰ ਕੇ ਬੰਦਾ ਸੋਚਦਾ ਚੱਲ ਯਾਰ ਹੁਣ ਲਾ ਲੈਂਦੇ ਆ, ਹੁਣ ਮਤਲਬ ਕਰ ਲੈਂਦੇ ਆ, ਹੁਣ ਉਹਨੂੰ ਕਾਲ ਕਰਦੇ ਆ, ਬਾਅਦ ਚੋਂ ਬੰਦਾ ਤੁਹਾਨੂੰ ਲੱਭਦਾ ਹੀ ਨਹੀਂ। ਤੇ ਜਦੋਂ ਤੁਸੀਂ ਹਾਂਜੀ ਬਿਲਕੁਲ ਇੱਦਾਂ ਹੁੰਦਾ, ਉਹ ਛੋਟੀ ਜਿਹੀ ਅਮਾਊਂਟ ਇੱਕ ਦੇ ਕੇ ਤੁਹਾਡੇ ਤੋਂ ਚੀਜ਼ ਲੈ ਜਾਂਦੇ ਆ। ਉਹ ਪਹਿਲੀ ਗੱਲ ਤਾਂ ਜਿਹੜੇ ਲੋਕ ਸਤਰਕ ਨੇ, ਜਿਹੜੇ ਅਲਰਟ ਨੇ, ਫੁੱਲ ਪੇਮੈਂਟ ਬਿਨਾਂ ਤੁਹਾਨੂੰ ਕਾਰ ਦੀ ਚਾਬੀ ਜਾਂ ਕਾਸੇ ਦੇ ਵੀ ਹਵਾਲੇ ਤੁਹਾਡੇ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਕੱਲ੍ਹ ਨੂੰ ਪਤਾ ਨਹੀਂ ਕੀ ਨਿਬੜਨਾ। ਇਸ ਤਰ੍ਹਾਂ ਹੋ ਰਿਹਾ ਹੈ ਕਿ ਲੋਕ ਜਾਲੀ ਬੈਂਕ ਦੀਆਂ ਸਟੇਟਮੈਂਟਸ, ਜਾਲੀ ਕ੍ਰੈਡਿਟ ਹਿਸਟਰੀ ਬਣਾ ਕੇ ਤੁਹਾਡੇ ਕੋਲ ਆਉਂਦੇ ਨੇ, ਤੁਹਾਡੇ ਨਾਲ ਇੱਕ ਹਫ਼ਤੇ ਦੀ ਡੀਲ ਕਰਦੇ ਨੇ, ਤੁਹਾਨੂੰ ਕਹਿੰਦੇ ਨੇ ਕਿ ਹਫ਼ਤੇ ਤੋਂ ਬਾਅਦ ਆਪਾਂ ਜਿਹੜਾ ਕਮਿੰਗ ਮੰਡੇ ਆਊਗਾ, ਟਿਊਜ਼ਡੇ ਆਊਗਾ, ਉਸ ਦਿਨ ਆਪਾਂ ਡੀਲ ਕਰ ਲਾਂਗੇ ਤੇ ਉਸ ਦਿਨ ਜਿਹੜੇ ਬਾਕੀ ਦੇ ਪੇਪਰ ਨੇ ਜਾਂ ਹੋਰ ਜਿਹੜੇ ਤੇਰੇ ਕੋਲ ਚਾਬੀ ਹੈ ਦੂਜੀ, ਉਹ ਮੈਨੂੰ ਤੂੰ ਦੇ ਦੀ। ਉਹ ਦਿਨ ਆਉਂਦਾ ਹੀ ਨਹੀਂ, ਕਿਉਂਕਿ ਉਹਨਾਂ ਦਾ ਮਕਸਦ ਤੁਹਾਡੇ ਨਾਲ ਡੀਲ ਕਰਨਾ ਨਹੀਂ ਹੁੰਦਾ, ਉਹਨਾਂ ਦਾ ਮਕਸਦ ਸਿਰਫ ਤੁਹਾਡਾ ਵਹੀਕਲ ਜਿਹੜਾ ਉਹ ਲੈਣਾ ਹੁੰਦਾ। ਤੇ ਬਾਅਦ ਦੇ ਵਿੱਚ ਤੁਸੀਂ ਜੇਕਰ ਚੋਰੀ ਦਾ ਕੇਸ ਕਰਦੇ ਹੋ ਤਾਂ ਉਹ ਲੱਭ ਲੈਂਦੇ ਨੇ ਕਿ ਬਈ ਇਹ ਤਾਂ ਫਲਾਣੇ ਥਾਂ ਤੇ ਉਹ ਹਿਸਟਰੀ ਵੀ ਨਿਕਲ ਆਉਂਦੀ ਹੈ ਕਿ ਤਾਂ ਤੁਹਾਡੇ ਇੰਨੇ ਪੈਸੇ ਗਏ ਹੋਏ ਆ। ਹੁਣ ਲੀਗਲੀ ਜੇਕਰ ਤੁਸੀਂ ਕੋਈ ਵੀ ਬੰਦਾ ਤੁਹਾਨੂੰ ਕੁਛ ਪੇਮੈਂਟ ਦੇ ਕੇ ਕੋਈ ਚੀਜ਼ ਲੈ ਗਿਆ ਵਾ, ਤੁਸੀਂ ਉਹ ਤੋਂ ਵਾਪਸ ਨਹੀਂ ਕਰਾ ਸਕਦੇ, ਕਿਉਂਕਿ ਤੁਸੀਂ ਉਹ ਕੰਸੈਂਟ ਆ ਤੁਹਾਡੇ, ਉਹਦੇ ਜਿੰਨੀ ਪੇਮੈਂਟ ਉਹਨੇ ਦਿੱਤੀ ਹੈ ਉਹ ਕੰਸੈਂਟ ਨਾਲ ਦਿੱਤੀ ਵੀ ਹੈ। ਜੀ ਜੀ ਬਿਲਕੁਲ। ਆਪਾਂ ਨਾਲ ਛਿੰਦਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ। ਛਿੰਦਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਕਿਹਾ ਭੈਣ ਜੀ ਆਧਾਰ ਵਾਲੀ ਗੱਲ ਤਾਂ ਉਹ ਹੁੰਦੀ ਹੈ, ਸਾਡੇ ਚਾਚਾ ਜੀ ਕਹਿੰਦੇ ਹੁੰਦੇ ਸੀਗੇ, ਕਹਿੰਦੇ ਜੇ ਅੱਬਲ ਤਾਂ ਕਹਿੰਦਾ ਦਬੋ ਨਾ, ਜੇ ਦੇ ਤੇ ਕਹਿੰਦਾ ਦੇਣਾ ਬੜਾ ਹੌਸਲਾ, ਫਿਰ ਲੈਣਾ ਬੜਾ ਨੀਵੇਂ ਹੋ ਕੇ ਲੈਣਾ ਪੈਂਦਾ ਜੀ। ਕਹਿੰਦਾ ਫਿਰ ਆਪ ਮੰਗਤੇ ਬਣਨਾ ਪੈਂਦਾ ਵਾ, ਫਿਰ ਮੰਗਤੇ ਤੇ ਫਿਰ ਉਹ ਵੀ ਮੋਹਲਾ ਬੰਦਾ ਫਿਰ ਏਦਾਂ ਨਾ ਤਰੀਕਾ ਦਿੰਦਾ ਜਿੱਦਾਂ ਜੱਜ ਦਿੰਦਾ ਹੁੰਦਾ,
ਫਿਰ ਕਹਿੰਦਾ ਫਿਰ ਰਕਮ ਜਦੋਂ ਪੁਰਾਣੀ ਹੋ ਜਾਂਦੀ ਫਿਰ ਸਤਿ ਸ਼੍ਰੀ ਅਕਾਲ, ਫਿਰ ਉਦੋਂ ਫਿਰ ਬੰਦਾ ਕਹਿੰਦਾ ਜਾਂ ਮਰੀ ਸਾਮੀ ਅੜਕ ਕੇ ਆ ਗਈ ਆ। ਜੇ ਕਦੀ ਉਹ ਵੀ ਤੁਹਾਡੇ ਕਰਮ ਚੰਗੇ ਤਾਂ ਮਿਲ ਜਾਂਦੇ ਤਾਂ ਨਹੀਂ ਮਿਲਦੇ। ਖੂਚ ਤਰੀਕਾਂ ਪੈਂਦੀਆਂ ਫਿਰ ਤਰੀਕਾ ਹੀ ਪੈਂਦੀਆਂ, ਆਪਣੇ ਦੇ ਉੱਤੇ ਮੰਗਤੇ ਬਣਨਾ ਪੈਂਦਾ। ਫਿਰ ਕਦੀ ਝੂਠ ਬੋਲਣਾ ਪੈਂਦਾ, ਬਾਪੂ ਮਰਨ ਨੂੰ 5 ਸਾਲ ਹੋ ਜਾਂਦੇ, ਕਹਿਣਾ ਪੈਂਦਾ ਹੁਣ ਮਰਿਆ। ਜੀ ਜੀ ਸਹੀ ਗੱਲ ਹੈ, ਮਤਲਬ ਕੋਈ ਮਾਰ ਨਹੀਂ ਦਿੰਦਾ ਜੀ, ਆਈ ਜਾਵੇ ਕਹਿੰਦਾ ਕਾ ਤਰਸ ਨਹੀਂ ਖਾਂਦਾ ਕੋਈ ਵੀ ਨਹੀਂ ਖਾਂਦਾ। ਨਾਲੇ ਜਿਹੜੀ ਕਸਾਈ ਦੀ ਛੁਰੀ ਹੁੰਦੀ ਹੈ ਨਾ ਜੀ ਉਹ ਤਰਸ ਕਰਨ ਬਹਿ ਗਈ ਉਹਨੂੰ ਕਿਸੇ ਨਾਲ, ਨਾਲੇ ਜੁਹਾਰੀਏ ਹੁੰਦੇ ਆ ਫਰੋਡੀ, ਉਹਨਾਂ ਦਾ ਕੰਮ ਹੀ ਇਹ ਆ ਜੀ ਹਰ ਵੇਲੇ ਉਹ ਬੈਠੇ ਇਹੀ ਡੀਕਦੇ ਕਿਹਦੀ ਜੇਬ ਕਦੋਂ ਕੱਟੀ ਜਾਵੇ, ਕਦਾਂ ਕੱਟੀ ਜਾਵੇ, ਕਿਹੜਾ ਗਲਾ ਕੱਟੇ। ਨਾਲੇ ਜਿਹੜੇ ਬਾਬਿਆਂ ਦੇ ਵੀ ਜਾਂਦਾ ਕੋਈ ਵੀ ਆ ਆਪਣੀ ਕਮਜ਼ੋਰੀ ਪਹਿਲੇ ਦੱਸ ਦਿੰਦਾ, ਉਹਦਾ ਫਾਇਦਾ ਉਠਾ ਲਓ। ਜੀ ਜੀ ਉਹਨੂੰ ਵੀ ਪਤਾ, ਫਿਰ ਕਈਆਂ ਫੈਮਿਲੀ ਸਿਖਾਇਆ, ਉਹ ਕੋਈ ਮੰਗਣ ਆਉਂਦਾ ਯਾਰ ਉਹਨੂੰ ਨਾ ਨਹੀਂ ਕਰੀਦੀ, ਬਣਾ ਨਾ ਪਏ ਸਤਾਜ ਦਾ ਖਾਣਾ ਵੀ ਮੁਰਿਆ ਜਾਂਦਾ ਯਾਰ, ਕੋਈ ਗੱਲ ਨਹੀਂ ਥੋੜੇ ਕਿਤੇ ਹੀ ਦਿੰਦੇ ਆ। ਉੱਥੇ ਇਮੋਸ਼ਨਲ ਹੋ ਜਾਈਦਾ। ਉਹ ਨਾਲੇ ਮੰਗਣ ਵੀ ਉਹੀ ਆਂਦਾ ਜਿਹੜਾ ਆਪਣੇ ਕੋ ਨੇੜੇ ਤੇੜੇ ਦੇ ਹੁੰਦਾ, ਹੋਰ ਕੋਈ ਤਾਂ ਆਉਂਦਾ ਹੀ ਨਹੀਂ ਛੇਤੀ ਨਾ। ਅਗਲੇ ਨੇ ਖਰੇ ਕਿੰਨਿਆਂ ਨੂੰ ਠੱਗਿਆ ਹੁੰਦਾ, ਇਹ ਵੀ ਨਹੀਂ ਪਤਾ। ਹਾਂਜੀ, ਨਾਲੇ ਜਿਹੜਾ ਅਮਰੀਕਾ 'ਚ ਰਹਿ ਕੇ 200-400 ਰੁਪਏ ਦੀ ਹੇਰਾ ਫੇਰੀਆਂ ਹੈਰਾ ਵਗੈਰਾ ਬੇਈਮਾਨੀ ਕਰਦਾ। ਸਾਡੇ ਕੋਲ ਇੱਕ ਵਾਰੀ ਬੰਦਾ ਲੈ ਗਿਆ ਟੀਵੀ ਦਾ 5 ਸਾਲ ਦੇ ਪੇਮੈਂਟਾਂ ਵਾਲਾ, ਅਸੀਂ ਕਿਹਾ ਸਾਡੇ ਸਾਰੇ ਬੰਦਿਆਂ ਲਵਾ, ਚੱਲ ਓਦਾਂ ਵੀ ਸਾਲ 2 ਸਾਲ ਦੇ ਲੱਗਦੇ ਹੀ ਆ, ਮੈਂ ਵੀ ਦੇ ਤੇ 6 ਮਹੀਨੇ ਚੱਲਿਆ, ਉਹ ਮੁੜ ਕੇ ਕੱਟੇ ਗਿਆ, ਮੁੜ ਕੇ ਸਸਤੀ ਮੁੜ ਕੇ ਤਾਂ ਫੋਨ ਵੀ ਨਹੀਂ ਚੱਕਦੇ। ਹਾਂਜੀ ਨਹੀਂ ਨਵੇਂ ਬੰਦੇ ਚੱਕਰਾ ਨਵਾਂ ਮੈਂ ਭੇਜਿਆ ਕਿ ਬੰਦਾ ਹੋਰ ਨਵਾਂ, ਉਹਦਾ ਚੁੱਕ ਲਿਆ। ਫਿਰ ਮੈਂ ਕਿਹਾ ਹੁਣ ਆਪਣਾ ਮੂੰਹ ਗੰਦਾ ਕਰਨਾ, ਗਾਲਾਂ ਕੱਢ ਕੇ ਕੀ ਫਾਇਦਾ ਯਾਰ। ਉਹ ਤਾਂ ਕਹਿੰਦਾ ਕੱਢੋ ਮੈਨੂੰ, ਉਹ ਤਾਂ ਕਹਿੰਦਾ ਕੱਢੋ, ਮੈਂ ਗਰਮੀ ਖਾਧੀ ਮਾਲ ਫਰਾਇਆ। ਜਿੱਦਾਂ 2 ਸਾਂਝੀਦਾਰ ਹੋਣ, ਇੱਕ ਸ਼ੈਤਾਨ ਹੋਵੇ ਇੱਕ ਭੋਲਾ ਹੋਵੇ। ਭੋਲਾ ਬੰਦਾ ਜਦੋਂ ਉਹਨੂੰ ਸ਼ੈਤਾਨ ਨੂੰ ਪਿਆ ਨਹੀਂ, ਉਹ ਤਾਂ ਕਹਿੰਦਾ ਮੇਰੇ ਗਲ ਪਿਆ ਤਾਂ ਮੈਂ ਤੈਨੂੰ ਦੱਸਦਾ ਸਤਿ ਸ਼੍ਰੀ ਅਕਾਲ, ਪੇਪਰ ਵਰਕ ਉਹਦੇ ਕੋਲ ਹੁੰਦਾ, ਸਭ ਕੁਝ ਉਹਦੇ ਕੋਲ ਹੁੰਦਾ। ਥੈਂਕ ਯੂ ਸ਼ਿੰਦਾ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਥੈਂਕ ਯੂ। ਜਸਵੰਤ ਸਿੰਘ ਜੀ, ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ 70 ਸਾਲ ਤਾਂ ਹੋ ਗਏ ਉਹਨਾਂ ਨੂੰ ਆਜ਼ਾਦੀ ਦਿੱਤੀ ਸੀ, ਲੈ ਕੇ ਸਾਨੂੰ ਵਾਪਸ ਕਰਦੇ ਉਹ। ਜੀ ਇੱਥੇ ਤੁਸੀਂ ਦੇਖ ਲਓ ਕੀ ਹਾਲ ਆ ਉਹਨਾਂ ਦਾ। ਚਲੋ ਅੱਜ ਆਪਾਂ ਹੋਰ ਫਰੋਡ ਦੀ ਗੱਲ ਕਰ ਰਹੇ ਹਾਂ। ਇਹ ਵੀ ਫਰੋਡ ਹੀ ਆ ਭੈਣ ਜੀ, ਇਹ ਕਿਹੜਾ ਸੱਚ ਹੈ, ਇਹ ਵੀ ਸੱਚ ਆ ਜੀ ਜੀ, ਇਹ ਵੀ ਸੱਚ ਆ ਭੈਣ ਜੀ। ਕੁਰਬਾਨ ਹੋ ਗਏ, ਆਜ਼ਾਦੀਆਂ ਦਿੱਤੀਆਂ ਲੈ ਕੇ, ਹੁਣ ਉਹ ਕਹਿੰਦੇ ਤੁਹਾਡੀ ਆਜ਼ਾਦੀ ਕਿਹੜੀ ਜੀ, ਉਹੀ ਇਹ ਲੈਣ ਦੇਣ ਵਾਲੀ ਗੱਲ ਆ ਭੈਣ ਜੀ। ਜੀ ਥੈਂਕ ਯੂ ਜਸਵੰਤ ਜੀ, ਬਹੁਤ ਧੰਨਵਾਦ। ਦੇਖੋ ਦੁਨੀਆ ਦੇ ਉੱਤੇ ਨਾ ਫਰੋਡ ਬਹੁਤ ਹੁੰਦੇ ਆਏ ਆ, ਸ਼ਾਇਦ ਸਾਡੇ ਰੋਕਿਆ ਨਾ ਵੀ ਰੁਕਣ, ਪਰ ਨਾ ਕਰੋ, ਕਿਸੇ ਦੇ ਨਾਲ ਵੀ ਨਾ ਕਰੋ ਤੁਸੀਂ। ਬਾਕੀ ਜਿਹੜਾ ਫੋਨਾਂ ਵਾਲੇ ਫਰੋਡ ਆ ਨਾ, ਉਹਨਾਂ ਤੋਂ ਜ਼ਰੂਰ ਬਚਿਆ ਕਰੋ। ਫੋਨਾਂ ਵਾਲੇ ਫਰੋਡ ਜਿਹੜੇ ਉਹ ਹੁਣ ਵੀ ਚੱਲ ਰਹੇ ਆ। ਇੱਕ ਹੋਰ ਹੈਗਾ, ਅੱਜ ਕੱਲ ਤੁਹਾਡਾ 2-3 ਮਹੀਨੇ ਬਹੁਤ ਚੱਲਣਾ ਆ ਕਿ ਤੁਹਾਡਾ ਪੈਕੇਜ ਆਇਆ ਆ, ਹਾਂਜੀ, ਤੁਹਾਨੂੰ ਇੱਕ ਪਾਰਸਲ ਆਇਆ ਆ। ਪਲੀਜ਼ ਜਦੋਂ ਤੁਹਾਨੂੰ ਉਹ ਪਾਰਸਲ ਵਾਲਾ ਆਉਂਦਾ ਹੁੰਦਾ ਨਾ, ਉਦੋਂ ਹੀ ਉਹਨਾਂ ਨੂੰ ਸ਼ਗਨ ਸ਼ੁਗਨ ਪਾ ਕੇ ਨਾ ਰੱਖ ਦਿਆ ਕਰੋ ਫੋਨ। ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਜੀ ਜੀ ਸਹੀ ਹੈ। ਸ਼ਗਨ ਤਾਂ ਤੁਹਾਨੂੰ ਪਤਾ ਵੀ ਕਿਹੜਾ ਦੇਣਾ ਹੈ ਉਹਨਾਂ ਨੂੰ। ਹਾਂਜੀ ਹਾਂਜੀ, ਉਹ ਤਾਂ ਪੰਜਾਬੀ ਸ਼ਗਨ ਪਾਤਾ ਉਹਨਾਂ ਨੂੰ ਤੇ ਤੋਰ ਦਿੱਤਾ। ਤੁਹਾਡਾ ਕੋਈ ਏਦਾਂ ਦਾ ਕੋਈ ਪਾਰਸਲ ਵਾਲਾ ਕੋਈ ਨਹੀਂ ਕਾਲ ਕਰਦਾ ਤੁਹਾਨੂੰ, ਕੋਈ ਵੀ। ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਰੋਡ ਹੁੰਦੇ, ਗੋਰਿਆਂ ਨਾਲ ਤਾਂ ਵਿਚਾਰਿਆਂ ਨਾਲ ਬਹੁਤ ਹੁੰਦੇ ਆ, ਆਪਣੇ ਤੇ ਚੱਲ ਠੀਕ ਆ। ਸਾਡੇ ਇਹ ਹੈ ਨੀ ਜੀ ਬਹੁਤਾ ਰਿਵਾਜ ਕੇ ਗਿਫਟ ਦੇਣੇ ਆ, ਮੇਲ ਕਰਨੇ ਆ, ਤੇ ਮਿਲ ਕੇ ਹੀ ਦਿੰਦੇ ਆ ਬਹੁਤੇ ਲੋਕ। ਤੇ ਆਪਣੇ ਤਾਂ ਧੋਖਾ ਘੱਟ ਖਾਇਓ, ਕਈ ਵਾਰ ਖਾ ਜਾਈਦਾ ਆ, ਆਪਾਂ ਉਹਨਾਂ ਦੇ ਵਿੱਚੋਂ ਹੀ ਆ। ਸੋ ਹੁਣ ਅਖੀਰ ਦੇ ਵਿੱਚ ਇਹੀ ਕਹਾਂਗੇ, ਨਾ ਧੋਖਾ ਕਰੋ, ਨਾ ਕਰਵਾਓ। ਤੁਸੀਂ ਕੋਈ ਚੀਜ਼ ਲੈਣੀ ਆ, ਕੋਈ ਜ਼ਰੂਰੀ ਨਹੀਂ ਹੁੰਦਾ, ਕਿਉਂਕਿ ਹਰ ਇੱਕ ਚੀਜ਼ ਦੀ ਭਾਸ਼ਾ ਡਿਫਰੈਂਟ ਆ, ਲੈਂਗੁਏਜ ਡਿਫਰੈਂਟ ਆ। ਇਹ ਨਹੀਂ ਹੈਗਾ ਵੀ ਉਹ ਲੈਂਗੁਏਜ ਅਸੀਂ ਕਹਿੰਦੇ ਆ ਵੀ ਇੰਗਲਿਸ਼ ਦੀ ਥਾਂ ਤੇ ਤੁਹਾਨੂੰ ਫਾਰਸੀ ਦਿਖਾ ਦਿੱਤੀ, ਉਹ ਨਹੀਂ, ਉਹੀ ਹੋਊਗੀ, ਇੰਗਲਿਸ਼ ਹੋਊ ਜਾਂ ਪੰਜਾਬੀ ਹੋਊ, ਕੁਛ ਵੀ ਹੋਊਗੀ। ਪਰ ਉਹਦੇ ਵਿੱਚ ਜਿਹੜੀ ਗੁੰਝਲਦਾਰ ਭਾਸ਼ਾ ਹੁੰਦੀ ਆ ਨਾ ਕਾਨੂੰਨੀ ਤੌਰ ਤੇ, ਉਹ ਜਿਹੜੀ ਆ ਤੁਸੀਂ ਜ਼ਰੂਰ ਚੈੱਕ ਕਰਵਾਇਆ ਕਰੋ ਕਿਸੇ ਨੂੰ। ਜੀ ਜੀ ਬਿਲਕੁਲ। ਉਹਦੇ ਵਿੱਚ ਤੁਸੀਂ ਫਸਦੇ ਆ। ਤੁਹਾਡੇ ਨਾਲ ਕੋਈ ਟਰੱਕਾਂ ਦੇ ਫਰੋਡ ਹੁੰਦੇ ਆ, ਕੋਈ ਟ੍ਰੇਲਰ ਦੇ ਫਰੋਡ ਹੁੰਦੇ ਆ, ਜਾਂ ਤੁਹਾਡੇ ਬਹੁਤ ਸਾਰੇ ਜਿਹੜੇ ਫਰੋਡ ਆ ਤੁਹਾਡੇ ਨਾਲ ਲੋਡਾਂ ਤੇ ਚੱਲ ਰਹੇ ਆ, ਉਹ ਤੁਸੀਂ ਪਹਿਲਾਂ ਹੀ ਪਤਾ ਕਰਕੇ ਰੱਖੋ ਕਿ ਜੇ ਤੁਹਾਨੂੰ ਲੋਡ ਚੁਕਾ ਦਿੱਤਾ ਕਿਸੇ ਨੇ ਪੁੱਠਾ ਸਿੱਧਾ ਵੀ, ਪੁੱਠਾ ਸਿੱਧਾ ਤਾਂ ਚਲੋ ਅੱਜ ਤੱਕ ਕਿਸੇ ਨੇ ਨਾਂ ਲਿਆ ਹੀ ਨਹੀਂ ਵੀ ਫਲਾਣੇ ਨੇ ਮੈਨੂੰ ਚੁਕਾਇਆ,
ਜੀ ਜੀ ਪਰ ਜਿਹੜਾ ਲੋਡ ਚੁਕਾ ਕੇ ਤਾਂ ਕਿਸੇ ਨੇ ਕਿਸੇ ਦਾ ਜਿਹੜਾ ਫਰਾਡ ਚੱਲਦੇ ਆ ਉਹ ਚੁਕਾਤਾ, ਤੇ ਉਹ ਵਿਚਾਰੇ ਦਾ ਫੋਨ ਹੀ ਨਹੀਂ ਕਿ 5-5 6 ਦਿਨ ਚੱਕਦੇ। ਜਿਹਨੇ ਚੁਕਾਇਆ ਹੁੰਦਾ ਆ ਉਹ ਵਿਚਾਰਾ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਫਸਿਆ ਰਹਿੰਦਾ ਆ, ਜੀ ਉੱਥੇ ਵੀ ਕਈ ਵਾਰੀ ਬੰਦੇ ਕੋਲ ਗੈਸ ਲਈ ਪੈਸੇ ਵੀ ਨਹੀਂ ਹੁੰਦੇ ਹੈ। ਨਹੀਂ ਹੁੰਦੇ ਬਿਲਕੁਲ ਸੋ ਸਹੀ। ਇਹਨਾਂ ਚੀਜ਼ਾਂ ਦਾ ਪਹਿਲਾਂ ਪਤਾ ਕਰਕੇ ਰੱਖੋ। ਜੇ ਤੁਹਾਡੇ ਨਾਲ ਏਦਾਂ ਦਾ ਫਰਾਡ ਹੁੰਦਾ, ਜੇ ਤੁਹਾਨੂੰ ਕੈਲੀਫੋਰਨੀਆ ਤੋਂ ਚੱਕ ਕੇ ਤੁਹਾਨੂੰ ਈਸਟ ਕੋਸਟ ਕਿਸੇ ਨੇ ਭੇਜ ਦਿੱਤਾ, ਮੁੜ ਕੇ ਤੁਹਾਡਾ ਫੋਨ ਨਹੀਂ ਚੱਕਿਆ, ਮੋਹਰੇ ਗਏ ਆ ਉਹ ਕਹਿੰਦੇ ਸਾਡਾ ਲੋਡ ਹੀ ਨਹੀਂਗਾ, ਐਡੀ ਦੂਰ ਜਾ ਕੇ ਜੇ ਤੁਹਾਡੇ ਨਾਲ ਕੁਝ ਹੁੰਦਾ ਤਾਂ ਤੁਸੀਂ ਕੀ ਕਰਨਾ? ਇਹ ਚੀਜ਼ਾਂ ਪਹਿਲੇ ਜੇਬ 'ਚ ਪਾ ਕੇ ਰੱਖੋ। ਜੀ ਵੀ ਬਿਲਕੁਲ। ਜਦੋਂ ਏਦਾਂ ਦਾ ਤੁਹਾਡੇ ਨਾਲ ਫਰਾਡ ਹੋ ਜਾ ਫਿਰ ਤੁਸੀਂ ਕੀ ਕਰੋਗੇ? ਉੱਥੇ ਇਹ ਨਹੀਂ ਹੋਣਾ ਵੀ ਉਸ ਵੇਲੇ ਕਿਸੇ ਨੂੰ ਕਾਲ ਕਰ ਲਈ ਆ ਵੀ ਉਹ ਤੁਹਾਨੂੰ ਕੀ ਦੱਸੇ ਉਸੇ ਵੇਲੇ। ਜੀ ਜੀ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਜੇਨ ਦੇ ਵਿੱਚ ਰੱਖੋ। ਤੁਹਾਡੇ ਨਾਲ ਇਹ ਹੋ ਸਕਦਾ ਆ, ਇਹ ਹੋ ਰਿਹਾ ਆ। ਚੀਜ਼ ਲੈਣੀ ਆ ਕਿਸੇ ਨਾਲ, ਐਨੂੰ ਕਲੀਅਰ ਲਿਖਤ ਲਿਖਾਈ ਕਰੋ ਤੁਸੀਂ ਆਪਣੀ। ਜੀ ਇਹ ਵੀ ਨਹੀਂ ਵੀ ਪੈਸੇ ਮਾਰਨੇ ਆ ਕਿਸੇ ਦੇ। ਨਹੀਂ ਨਹੀਂ ਬਿਲਕੁਲ ਹਾਂ, ਬਿਜ਼ਨਸ ਕਲੀਅਰ ਕਰਨਾ ਰਹੋ ਹੈ, ਤੇ ਬਿਜ਼ਨਸ ਸਿੱਖੋ। ਹਾਂਜੀ ਸਾਫ਼ ਰਹੋ ਤੇ ਸਾਫ਼ ਹੀ ਵਿਚਰੋ ਬਸ। ਅਗਲੇ ਨੂੰ ਹਾਂਜੀ, ਵੀ ਮਜਬੂਰ ਕਰੋ ਵੀ ਇਸ ਤਰੀਕੇ ਨਾਲ ਕਿ ਉਹ ਵੀ ਤੁਹਾਡੇ ਨਾਲ ਚੰਗਾ ਰਵੇ, ਤੁਹਾਨੂੰ ਡਰਾਵਾ ਹੀ ਨਾ ਦੇਣਾ ਪਵੇ ਕਿਸੇ ਦਾ ਡਰਾਵਾ ਹੀ ਨਾ ਦੇਣਾ ਪਵੇ। ਵੀ ਤੁਹਾਨੂੰ ਵੀ ਅਸੀਂ ਮੀਡੀਆ 'ਚ ਘਸੀਟਾਂਗੇ ਜਾਂ ਤੁਹਾਨੂੰ ਜੀ ਅਸੀਂ ਕੋਰਟਾਂ 'ਚ ਘਸੀਟਾਂਗੇ। ਸਿੱਧਾ ਹੀ ਹੋਵੇ ਕੰਮ, ਅਗਲੇ ਨੂੰ ਪਤਾ ਹੋਵੇ ਵੀ ਜੇ ਮੈਂ ਆਹ ਹੇਰਾ ਫੇਰੀ ਇਹਦੇ ਨਾਲ ਕੀਤੀ ਤੇ ਆਹ ਨੁਕਤਾ ਅੱਗੇ ਇਹਨ ਪੜ੍ਹ ਲਿਆ ਆ, ਲਿਖਿਆ ਹੋਇਆ। ਜੀ ਜੀ ਸੋ ਉਹ ਸੋ ਚੀਜ਼ਾਂ ਹੁੰਦੀਆਂ। ਬਿਲਕੁਲ ਬਲਵਿੰਦਰ ਕੌਰ ਜੀ, ਆਪਣਾ ਜਿਹੜਾ ਸਮਾਂ ਪ੍ਰੋਗਰਾਮ ਦਾ ਉਹ ਜੀ ਸਮਾਪਤੀ ਵਾਲਾ ਜੀ। ਇੱਥੇ ਹੀ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਪੰਜਾਬੀ ਰੇਡੀਓ USA ਦੇ ਸਰੋਤਿਆਂ ਕੋਲੋਂ। ਤੁਹਾਡਾ ਸਾਰਿਆਂ ਦਾ ਹੀ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸਤਿ ਸ਼੍ਰੀ ਅਕਾਲ। ਸ੍ਰੀ ਅਕਾਲ।